ਵਾਹਿਗੁਰੂ 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 ਵਾਹਿਗੁਰੂ। ਤੁਮਰੇ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸਬਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਐ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਪੂਰਾ ਭੇਟਿਓ ਵੱਡ ਭਾਗੀ, ਮਨਹਿ ਭਇਆ ਪਰਗਾਸਾ। ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਗੁਰ ਪੂਰਾ ਭੇਟਿਓ ਵੱਡ ਭਾਗੀ, ਮਨਹਿ ਭਇਆ ਪਰਗਾਸਾ। ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਆਪਣੇ ਸਤਿਗੁਰ ਕੈ ਬਲਿਹਾਰੈ, ਆਗੈ ਸੁਖ ਪਾਸ਼ੈ ਸੁਖ ਸਹਿਜਾ। ਘਰ ਆਨੰਦ ਹਮਾਰੈ, ਰਹਾਉ ਅੰਤਰ ਜਾਮੀ ਕਰਣੈ ਹਾਰਾ। ਸੋਈ ਖਸਮ ਹਮਾਰਾ, ਨਿਰਭਉ ਭਏ ਗੁਰ ਚਰਣੀ ਲਾਗੇ। ਇਕ ਰਾਮ ਨਾਮ ਆਧਾਰਾ, ਸਫਲ ਦਰਸ਼ਨ ਅਕਾਲ ਮੂਰਤ ਪ੍ਰਭ। ਹੈ ਪੀ ਹੋਵਨ ਹਾਰਾ, ਕੰਠ ਲਗਾਏ ਆਪਣੇ ਜਨ ਰਾਖੇ। ਆਪਣੀ ਪ੍ਰੀਤ ਪਿਆਰਾ, ਵੱਡੀ ਵਡਿਆਈ ਅਚਰਜ ਸੋਭਾ। ਕਾਰਜ ਆਇਆ ਰਾਸੇ, ਨਾਨਕ ਕਉ ਗੁਰ ਪੂਰਾ ਭੇਟਿਓ। ਸਗਲੇ ਦੁਖ ਬਿਨਾਸੇ,
ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ, ਨਾਨਕ ਕਉ ਗੁਰ ਪੂਰਾ ਭੇਟਿਓ, ਸਗਲੇ ਦੁਖ ਬਿਨਾਸੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹਿਨਸ਼ਾਹੇ ਹਰਦੁਆਲਮ ਸਾਹਿਬੇ ਕਮਾਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤ ਸੰਗਿਓ, ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਆਪ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਪਰਸ ਰਹੇ ਹੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਸ ਸਥਾਨ ਦੇ ਬਾਰੇ ਵਿੱਚ ਕਦੇ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇੱਕ ਗੱਲ ਕਹੀ, ਕਹਿਣ ਲੱਗੇ ਸਿੱਖਾ, ਜੇ ਤੇਰੇ ਮਨ ਵਿੱਚ ਕਿਤੇ ਵਿਚਾਰ ਪੈਦਾ ਹੋ ਜਾਏ ਨਾ ਕਿ ਮੈਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਦਰਸ਼ਨ ਕਰਨ ਜਾਣਾ, ਤੇ ਵੇਖੀ ਕਿਤੇ ਦੇਰੀ ਨਾ ਕਰੀ, ਕਿਤੇ ਸੋਚ ਵਿੱਚ ਨਾ ਪੈ ਜਾਈ, ਇਸ ਮਨ ਦਾ ਕੋਈ ਪਤਾ ਨਹੀਂ ਕਿਹੜੇ ਵੇਲੇ ਬਦਲ ਜਾਏ, ਉਸੇ ਵੇਲੇ ਚੱਲ ਪਈ। ਪਰ ਇੱਕ ਗੱਲ ਨਾਲ ਹੋਰ ਕਹਿ ਦਿੱਤੀ, ਕਹਿਣ ਲੱਗੇ ਜਦੋਂ ਤੂੰ ਪਹੁੰਚ ਜਾਏ ਪਰਿਕਰਮਾ ਵਿੱਚ, ਫਿਰ ਵੇਖੀ ਕਿਤੇ ਕਾਹਲੀ ਨਾ ਕਰੀ। ਤੇ ਪੁੱਛਿਆ ਪ੍ਰੋਫੈਸਰ ਸਾਹਿਬ, ਪਹਿਲਾਂ ਕਹਿੰਦੇ ਉਹ ਦੇਰੀ ਨਾ ਕਰੀ, ਫਿਰ ਕਹਿੰਦੇ ਉਹ ਕਾਹਲੀ ਨਾ ਕਰੀ, ਇਹਦਾ ਕੀ ਮਤਲਬ? ਕਹਿਣ ਲੱਗੇ ਪਿਆਰਿਆ, ਮੈਂ ਇਸ ਕਰਕੇ ਤੈਨੂੰ ਕਹਿ ਰਿਹਾ ਕਿ ਤੂੰ ਜਿੰਨਾ ਪਰਿਕਰਮਾ ਵਿੱਚੋਂ ਤੁਰ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚਣਾ ਨਾ, ਉਸ ਪਰਿਕਰਮਾ ਦੀਆਂ ਇੱਕ ਇੱਕ ਸਿਲ ਦੇ ਥੱਲੇ 100-100 ਸ਼ਹੀਦਾਂ ਦੇ ਸਿਰ ਲੱਗੇ ਨੇ। ਇਸ ਹਰਿਮੰਦਰ ਸਾਹਿਬ ਦੇ ਸਤਿਕਾਰ ਨੂੰ ਕਾਇਮ ਰੱਖਣ ਵਾਸਤੇ ਜੇ ਤੂੰ ਕਿਤੇ ਕਾਹਲੀ ਵਿੱਚ ਲੰਘ ਗਿਆ ਤੇ ਉਹਨਾਂ ਸ਼ਹੀਦਾਂ ਦੀ ਨਰਾਦਰੀ ਹੋ ਜਾਏਗੀ, ਤਿਰਸਕਾਰ ਹੋ ਜਾਏਗਾ। ਇਹ ਉਹ ਪਾਵਨ ਸਥਾਨ ਹੈ ਜਿੱਥੇ ਆਪ ਨਤਮਸਤਕ ਹੋਏ, ਔਰ ਉੱਥੋਂ ਹੀ ਇਹ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਹੋਈ ਹੈ, ਜਿਸ ਦੀ ਵਿਚਾਰ ਅਸਾਂ ਰਲ ਮਿਲ ਕੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕਰਨੀ ਹੈ। ਤਾਂ ਗੁਰੂ ਸਵਾਰਿਓ, ਸਾਨੂੰ ਸੁਭਾਗ ਪ੍ਰਾਪਤ ਹੋਇਆ। ਅੱਜ ਦਾ ਇਹ ਜੋ ਮੁਬਾਰਕ ਹੁਕਮ ਹੈ, ਸੋਰਠ ਰਾਗ ਅੰਦਰ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 609 ਤੇ ਸਬਾਇਮਾਨ ਹੈ। ਇਸ ਮੁਬਾਰਕ ਸ਼ਬਦ ਦੀ ਜੋ ਰਹਾਉ ਦੀ ਪੰਕਤੀ ਹੈ, ਉਸ ਅੰਦਰ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਆਪਣੇ ਸਤਿਗੁਰ ਕੈ ਬਲਹਾਰੇ। ਕਹਿੰਦੇ ਨੇ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਮੈਂ ਆਪਣੇ ਗੁਰੂ ਤੋਂ ਬਲਹਾਰ ਜਾਂਦਾ ਹਾਂ। ਤੇ ਕਿਉਂ, ਕੀ ਕਾਰਨ ਹੈ? ਸਾਹਿਬ ਕਹਿੰਦੇ ਨੇ, ਆਗੈ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰੇ। ਕਹਿੰਦੇ ਨੇ ਮੇਰਾ ਗੁਰੂ ਐਸਾ ਹੈ, ਉਹਨੇ ਇੰਨੀ ਕੁ ਕਿਰਪਾ ਕਰ ਦਿੱਤੀ ਕਿ ਮੇਰੇ ਹਿਰਦੇ ਰੂਪੀ ਘਰ ਵਿੱਚ ਆਤਮਕ ਆਨੰਦ ਬਣ ਗਿਆ। ਔਰ ਕੇਵਲ ਇੱਥੇ ਹੀ ਨਹੀਂ, ਇਸ ਲੋਕ ਵਿੱਚ ਵੀ ਆਨੰਦ ਹੈ। ਆਗੈ ਸੁਖ ਪਾਛੈ ਸੁਖ ਸਹਿਜਾ। ਕਹਿੰਦੇ ਨੇ ਇੱਥੇ ਵੀ ਹੈ ਤੇ ਪਰਲੋਕ ਵਿੱਚ ਵੀ ਇਹ ਆਨੰਦ ਜਿਹੜਾ ਨਾ ਇਹ ਬਣਿਆ ਰਹਿੰਦਾ ਹੈ। ਉਹ ਆਪਣੀ ਕਿਰਪਾ ਪਰਲੋਕ ਵਿੱਚ ਵੀ ਕਰਦਾ ਹੈ, ਲੋਕ ਵਿੱਚ ਵੀ ਕਰਦਾ ਹੈ। ਇਸ ਕਰਕੇ ਮੈਂ ਆਪਣੇ ਗੁਰੂ ਤੋਂ ਬਲਹਾਰ ਜਾਂਦਾ ਹਾਂ, ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਹੜਾ ਇੰਨੀ ਕੁ ਕਿਰਪਾ ਕਰਦਾ ਹੈ। ਬਲਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਰ। ਬਹੁਤਾ ਚਿਰ ਨਹੀਂ,
ਬਸ ਮਨੁੱਖਾਂ ਤੋਂ ਦੇਵਤੇ ਬਣਾ ਦਿੰਦਾ ਹੈ। ਮੇਰੇ ਗੁਰੂ ਦੇ ਵਿੱਚ ਐਸੀ ਸਮਰੱਥਾ ਹੈ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੇ। ਉਸ ਗੁਰੂ ਤੋਂ ਬਲਹਾਰ, ਉਸ ਗੁਰੂ ਤੋਂ ਸਦਕੇ ਜਾਂਦੇ ਹਾਂ। ਆਓ ਮੇਰੇ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਨੇ। ਆਰੰਭ ਦੀਆਂ ਪੰਕਤੀਆਂ ਬੜੇ ਹੀ ਪਿਆਰ ਦੇ ਨਾਲ ਮਾਨਯੋਗ ਸਿੰਘ ਸਾਹਿਬ ਜੀ ਤੋਂ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਗੁਰ ਪੂਰਾ ਭੇਟਿਓ ਵੱਡ ਭਾਗੀ, ਮਨ ਹੈ ਭਇਆ ਪਰਗਾਸਾ। ਸੋਰਠ ਰਾਗ ਪੰਚਮ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਗੁਰ ਪੂਰਾ ਭੇਟਿਓ ਵੱਡ ਭਾਗੀ, ਮਨੇ ਭਇਆ ਪ੍ਰਗਾਸਾ। ਪ੍ਰਗਾਸਾ ਦਾ ਅਰਥ ਹੈ ਪ੍ਰਕਾਸ਼, ਚਾਨਣ। ਤੇ ਇਹ ਚਾਨਣ ਕਿੱਥੋਂ ਮਿਲ ਗਿਆ? ਜਿਹੜਾ ਮਨ ਦੇ ਵਿੱਚ ਹਨੇਰਾ ਸੀ। ਹਕੀਕਤ ਕੀ ਹੈ ਕਿ ਮਨੁੱਖ ਦੇ ਅੰਦਰ ਹਨੇਰਾ ਹੈ, ਔਰ ਇਹ ਜਿਹੜਾ ਹਨੇਰਾ ਹੈ ਇਹ ਬਾਹਰ ਦੇ ਚਾਨਣ ਨਾਲ ਨਹੀਂ ਮਿਟਦਾ। ਤਾਂ ਹੀ ਤੇ ਮੇਰੇ ਸਾਹਿਬ ਜੀ ਨੇ ਕਿਹਾ, ਪਾਤਸ਼ਾਹ ਕਹਿੰਦੇ ਨੇ, ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ। ਕਹਿੰਦੇ ਨੇ ਭਾਵੇਂ 100 ਚੰਦਰਮਾ ਚੜ ਜਾਣ, ਹਜ਼ਾਰਾਂ ਸੂਰਜ ਚੜ ਜਾਣ, ਇਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ। ਇੰਨੀ ਰੋਸ਼ਨੀ ਹੋਣ ਦੇ ਬਾਵਜੂਦ ਵੀ ਗੁਰੂ ਤੋਂ ਬਿਨਾ ਹਨੇਰਾ ਹੀ ਹੈ। ਕਿਉਂ? ਕਿਉਂਕਿ ਸੂਰਜ ਦੀ ਰੋਸ਼ਨੀ ਬਾਹਰ ਦੀ ਰੋਸ਼ਨੀ ਹੈ, ਚੰਦਰਮਾ ਦੀ ਰੋਸ਼ਨੀ ਬਾਹਰ ਦੀ ਰੋਸ਼ਨੀ ਹੈ, ਤੇ ਹਨੇਰਾ ਕਿੱਥੇ ਹੈ? ਹਨੇਰਾ ਤੇ ਮਨੁੱਖ ਦੇ ਅੰਦਰ ਹੈ। ਅੰਦਰ ਦਾ ਹਨੇਰਾ ਬਾਹਰ ਦੀ ਰੋਸ਼ਨੀ ਨਾਲ ਨਹੀਂ ਜਾ ਸਕਦਾ, ਬਾਹਰ ਜਿੰਨੀ ਮਰਜ਼ੀ ਰੋਸ਼ਨੀ ਹੋਵੇ। ਸਾਡੇ ਇੱਕ ਦੇਸ਼ ਦਾ ਮਹਾਨ ਸ਼ਾਇਰ ਹੋਇਆ ਮੀਰ, ਉਸਨੇ ਬੜਾ ਕੁਝ ਲਿਖਿਆ, ਪਰ ਜਦੋਂ ਆਖਰੀ ਸਮਾਂ ਆਇਆ ਨਾ ਜੀ, ਤੇ ਚੇਲਿਆਂ ਨੇ ਪੁੱਛ ਲਿਆ, ਕਹਿਣ ਲੱਗੇ, ਉਸਤਾਦ ਜੀ ਤੁਸੀਂ ਤੇ ਬਹੁਤ ਕੁਝ ਲਿਖਿਆ, ਬਹੁਤ ਕੁਝ ਬੋਲਿਆ, ਹੁਣ ਤੇ ਤੁਸੀਂ ਰੁਖਸਤ ਹੋਣ ਲੱਗਿਆਂ ਬੜੇ ਪ੍ਰਸੰਨ ਚਿੱਤ ਹੋ ਕੇ ਜਾ ਰਹੇ ਹੋਵੋਗੇ। ਤੇ ਉਸ ਮਹਾਨ ਸ਼ਾਇਰ ਦੀਆਂ ਅੱਖਾਂ ਛਲਕ ਆਈਆਂ, ਅੱਖਾਂ 'ਚ ਆਂਸੂ ਆ ਗਏ। ਉਸਨੇ ਜਿਹੜੀ ਗੱਲ ਕਹੀ ਨਾ, ਕਹਿੰਦੇ ਨੇ, ਮੀਰ ਇਸ ਜ਼ਿੰਦਗੀ ਸੇ ਖੁਸ਼ੀ ਨਹੀਂ ਹੋਈ। ਕਹਿੰਦੇ ਨੇ ਮੈਨੂੰ ਇਸ ਜ਼ਿੰਦਗੀ ਤੋਂ ਖੁਸ਼ੀ ਨਹੀਂ ਮਿਲ ਸਕੀ। ਮੀਰ ਇਸ ਜ਼ਿੰਦਗੀ ਸੇ ਖੁਸ਼ੀ ਨਹੀਂ ਹੁਈ। ਪੁੱਛਿਆ ਕਿਉਂ? ਕਹਿਣ ਲੱਗੇ, ਜਹਾਂ ਰੋਸ਼ਨੀ ਹੋਣੀ ਥੀ ਰੋਸ਼ਨੀ ਨਹੀਂ ਹੋਈ। ਜਿੱਥੇ ਰੋਸ਼ਨੀ ਹੋਣੀ ਚਾਹੀਦੀ ਸੀ ਉੱਥੇ ਤੇ ਹਨੇਰਾ ਹੀ ਹੈ, ਉੱਥੇ ਤੇ ਚਾਨਣ ਹੋਇਆ ਕੋਈ ਨਹੀਂ। ਉਹ ਰੋਸ਼ਨੀ ਕਿੱਥੇ ਹੋਣੀ ਚਾਹੀਦੀ ਸੀ? ਮਨੁੱਖ ਦੇ ਅੰਦਰ। ਕਬੀਰ ਸਾਹਿਬ ਵੀ ਕਹਿੰਦੇ ਨੇ, ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਹੀਏ। ਕਹਿੰਦੇ ਨੇ ਦੀਵਾ ਚਾਹੀਦਾ, ਕਾਦੇ ਵਾਸਤੇ? ਹਨੇਰੇ ਲਈ। ਉਹ ਕਿਹੜਾ ਦੀਵਾ ਹੈ? ਸਤਿਗੁਰ ਸ਼ਬਦ ਉਜਾਰੋ ਦੀਪਾ। ਉਹ ਗੁਰੂ ਦਾ ਸ਼ਬਦ ਹੈ ਜਿਸ ਨੇ ਅੰਦਰ ਪ੍ਰਕਾਸ਼ ਕਰਨਾ ਹੈ, ਜਿਸ ਨੇ ਅੰਦਰ ਰੋਸ਼ਨੀ ਕਰਨੀ ਹੈ। ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇੰਨਾ ਚਾਨਣ ਹੋਣ ਦੇ ਬਗੈਰ ਵੀ ਗੁਰੂ ਤੋਂ ਬਿਨਾ ਹਨੇਰਾ ਹੀ ਹੈ। ਮਨੁੱਖ ਦੇ ਅੰਦਰ ਹਨੇਰਾ ਹੈ, ਔਰ ਗੁਰੂ ਦਾ ਸ਼ਬਦ, ਸਤਿਗੁਰ ਸ਼ਬਦ ਅਜਾਰੋ ਦੀਪਾ। ਗੁਰੂ ਦਾ ਸ਼ਬਦ ਹੈ ਇੱਕ ਐਸਾ ਦੀਪਕ ਜਿਹੜਾ ਅੰਦਰ ਨੂੰ ਪ੍ਰਕਾਸ਼ਮਾਨ ਕਰ ਦਿੰਦਾ ਹੈ। ਪਰ ਕਮਾਲ ਦੀ ਗੱਲ ਇਹ ਹੈ ਕਿ ਹੁਣ ਕਿਹੜੇ ਗੁਰੂ ਦਾ ਸ਼ਬਦ ਕਰਦਾ? ਅੱਜ ਕੱਲ੍ਹ ਤੇ ਮੈਂ ਵੇਖਿਆ ਗੁਰੂ ਹੀ ਬੜੇ ਬਣ ਬੈਠੇ ਨੇ। ਗੁਰੂ ਤੇ ਵੱਖਰੀ ਗੱਲ ਹੈ, ਭਗਵਾਨ ਬੜੇ ਬਣ ਗਏ। 84 ਭਗਵਾਨ ਸਾਡੇ ਦੇਸ਼ ਵਿੱਚ ਸਨ, ਥੋੜੇ ਜਿਹੇ ਮਰ ਗਏ ਨੇ, ਕੁਝ ਅਜੇ ਰਹਿੰਦੇ ਨੇ, ਆਪਣੇ ਆਪ ਨੂੰ ਭਗਵਾਨ ਅਖਵਾਉਣ ਵਾਲੇ। ਰੱਬ ਬਣੇ ਬੈਠੇ ਨੇ। ਤੋ ਕਿਹੜਾ ਗੁਰੂ ਹੈ ਜਿਹੜਾ ਅੰਦਰ ਰੋਸ਼ਨੀ ਕਰਦਾ ਹੈ, ਜਿਹੜਾ ਅੰਦਰ ਪ੍ਰਕਾਸ਼ ਕਰਦਾ ਹੈ? ਬੜਾ ਪਿਆਰਾ ਬਚਨ ਕਰਦੇ ਨੇ ਕਬੀਰ ਸਾਹਿਬ ਜੀ। ਕਹਿੰਦੇ ਨੇ,
ਕਿ ਜੇ ਚਾਹੁੰਦਾ ਕਿ ਤੇਰਾ ਮੇਲ ਪਰਮਾਤਮਾ ਨਾਲ ਹੋ ਜਾਏ ਤੇ ਫਿਰ ਇੱਕ ਗੱਲ ਯਾਦ ਰੱਖੀ, ਐਵੇਂ ਕੱਚਿਆਂ ਨਾਲ ਨਾ ਜੁੜੀ। ਅੱਜ ਕੱਲ੍ਹ ਕੱਚਿਆਂ ਦੀ ਭੀੜ ਬਹੁਤ ਜ਼ਿਆਦਾ ਹੈ। ਮੈਂ ਤੇ ਕਈ ਵਾਰੀ ਕਹਿੰਦਾ ਕਿ ਅੱਜ ਬਦਕਿਸਮਤੀ ਹੈ ਕਿ ਪੂਰਨ ਗੁਰਸਿੱਖ ਲੱਭਣਾ ਹੋਵੇ ਤੇ ਬੜਾ ਕਠਿਨ ਹੈ। ਪਰ ਸੱਚ ਜਾਣਿਓ, ਜੇ ਗੁਰੂ ਲੱਭਣਾ ਹੈ ਤੇ ਹਰ ਪਿੰਡ 'ਚ ਹੀ ਕੋਈ ਨਾ ਕੋਈ ਦੁਕਾਨ ਖੋਲ ਕੇ ਬੈਠਾ ਜੇ। ਹਰ ਪਿੰਡ 'ਚ ਕੋਈ ਨਾ ਕੋਈ ਬੈਠੇ ਨੇ। ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ ਹੈ। ਉਹ ਕਹਿੰਦੇ ਨੇ, ਰੱਬ ਦੇ ਹੁੰਦਿਆਂ ਲੋਕੀ ਰੱਬ ਤੋਂ ਸੰਗਦੇ ਵੇਖੇ, ਮੰਗਤੇ ਮੰਗਤਿਆਂ ਕੋਲੋਂ ਮੁਰਾਦਾਂ ਮੰਗਦੇ ਵੇਖੇ। ਇੱਕ ਮੰਗਤਾ ਖਲੋਤਾ ਹੋਵੇ ਤੇ ਦੂਜਾ ਉਹਦੇ ਅੱਗੇ ਮੰਗਤਾ ਆ ਕੇ ਖੜਾ ਹੋ ਜਾਏ, ਭਾਵੇਂ ਸਵੇਰ ਤੋਂ ਸ਼ਾਮ ਤੱਕ ਖੜੇ ਰਹਿਣ, ਦੋਵੇਂ ਭੁੱਖੇ ਤੇ ਮਰ ਸਕਦੇ ਨੇ, ਪਰ ਪ੍ਰਾਪਤੀ ਕੁਝ ਵੀ ਨਹੀਂ ਹੋਣੀ, ਕਿਉਂਕਿ ਦੋਵੇਂ ਭਿਖਾਰੀ ਨੇ। ਰੱਬ ਦੇ ਹੁੰਦਿਆਂ ਲੋਕੀ ਰੱਬ ਤੋਂ ਸੰਗਦੇ ਵੇਖੇ, ਮੰਗਤੇ ਮੰਗਤਿਆਂ ਕੋਲੋਂ ਮੁਰਾਦਾਂ ਮੰਗਦੇ ਵੇਖੇ। ਜਿਨ੍ਹਾਂ ਦੇ ਤਵੀਜ਼ਾਂ ਤੋਂ ਮਿਲਦੀ ਸ਼ਫਾ ਲੋਕਾਂ ਨੂੰ, ਆਪ ਮਹਾਂਪੁਰਸ਼ ਮਾਰੇ ਹੋਏ ਅਧਰੰਗ ਦੇ ਵੇਖੇ। ਜਿਨ੍ਹਾਂ ਨੂੰ ਆਪ ਨੂੰ ਸ਼ੂਗਰ ਹੋਈ ਹੁੰਦੀ ਹੈ ਨਾ, ਦੂਜਿਆਂ ਨੂੰ ਪੁੜੀਆਂ ਬਨ ਦੇਈ ਜਾਂਦੇ ਨੇ। ਜਿਹੜੇ ਆਪ ਅੱਖਾਂ ਤੋਂ ਅੰਨੇ ਨੇ, ਉਹ ਕਮਲ ਨੈਣ ਸੁਰਮਾ ਵੇਚਦੇ ਫਿਰਦੇ ਨੇ। ਜਿਹਨੂੰ ਆਪਣੇ ਘਰ ਦਾ ਗਿਆਨ ਨਹੀਂ, ਉਹ ਦੂਜੇ ਦੇ ਘਰ ਦਾ ਗਿਆਨ ਕੀ ਦੇਵੇਗਾ। ਪਰ ਬਦਕਿਸਮਤੀ ਕਿ ਅੱਜ ਮਨੁੱਖ ਇੰਨਾ ਕੁ ਭਟਕ ਗਿਆ ਕਿ ਕੱਚਿਆਂ ਦੇ ਮਗਰ ਤੁਰਿਆ ਫਿਰਦਾ ਹੈ। ਗੁਰੂ ਸਵਾਰਿਓ, ਕਾਚੇ ਗੁਰ ਤੇ ਮੁਕਤ ਨਾ ਹੁਆ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹੀ ਗੱਲ ਕਹੀ ਸੀ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਅਜੇ ਅੰਮ੍ਰਿਤ ਨਹੀਂ ਸੀ ਨਾ ਛਕਿਆ ਤੇ ਨੰਦੇੜ ਸਾਹਿਬ ਦੀ ਧਰਤੀ ਤੇ, ਉਸ ਵੇਲੇ ਮੇਰੇ ਸਾਹਿਬ ਜੀ ਨੇ ਕਿਹਾ, ਕਹਿਣ ਲੱਗੇ ਤੇਰਾ ਨਾਂ ਕੀ ਹੈ? ਇਹਨੇ ਕਿਹਾ ਜੀ ਮੇਰਾ ਨਾਂ ਬੰਦਾ। ਕਹਿਣ ਲੱਗੇ ਜੇ ਬੰਦਾ ਹੈ ਤੇ ਫਿਰ ਕੰਮ ਵੀ ਬੰਦਿਆਂ ਵਾਲੇ ਕਰ, ਤੂੰ ਕੰਮ ਕਿਹੜੇ ਲੈ ਕੇ ਬੈਠਾ? ਪੁੱਛ ਲਿਆ ਤੇਰਾ ਗੁਰੂ ਕੌਣ ਹੈ? ਇਹਨੇ 3 ਗੁਰੂ ਧਾਰਨ ਕੀਤੇ ਸਨ ਜੀਵਨ ਵਿੱਚ, ਤੇ ਜਿਹੜਾ ਆਖਰੀ ਸੀ ਨਾ, ਉਹਦਾ ਨਾਂ ਸੀ ਔਗੜਨਾਥ। ਕਹਿਣ ਲੱਗੇ ਤੇਰਾ ਗੁਰੂ ਕੌਣ ਹੈ? ਕਹਿਣ ਲੱਗੇ ਜੀ ਔਗੜਨਾਥ। ਉਹ ਕਹਿਣ ਲੱਗੇ ਆਪਣੇ ਗੁਰੂ ਨੂੰ ਬੁਲਾ। ਪਾਤਸ਼ਾਹ ਕਹਿੰਦੇ ਨੇ ਆਪਣੇ ਗੁਰੂ ਨੂੰ ਬੁਲਾ। ਹੱਥ ਜੋੜ ਕੇ ਕਹਿਣ ਲੱਗਾ ਜੀ ਉਹ ਤੇ ਮੁਕਤ ਹੋ ਗਏ ਨੇ। ਤੇ ਪਾਤਸ਼ਾਹ ਜੀ ਹੱਸ ਕੇ ਕਹਿਣ ਲੱਗੇ ਤੇਰਾ ਗੁਰੂ ਮੁਕਤ ਨਹੀਂ ਹੋਇਆ ਤੇ ਨਾ ਤੂੰ ਹੀ ਮੁਕਤ ਹੋਣਾ ਹੈ। ਬੜਾ ਹੈਰਾਨ ਹੋਇਆ ਪਾਤਸ਼ਾਹ। ਮਹਾਰਾਜ ਉਹ ਕਿਵੇਂ? ਕਹਿਣ ਲੱਗੇ ਉਹ ਸਾਹਮਣੇ ਜਿਹੜਾ ਦਰਖਤ ਹੈ ਨਾ, ਉਹਦੇ ਨਾਲ ਇੱਕ ਫਲ ਲੱਗਾ, ਉਹ ਤੋੜ ਕੇ ਲਿਆ। ਇਸ ਨੇ ਫਲ ਤੋੜਿਆ ਤੇ ਕਹਿਣ ਲੱਗੇ ਸਾਡੇ ਸਾਹਮਣੇ ਸਾਰਿਆਂ ਦੇ ਨੂੰ ਕੱਟ, ਇਹਦੇ ਵਿੱਚੋਂ ਇੱਕ ਕੀੜਾ ਨਿਕਲੇਗਾ। ਆਪਣੇ ਗੁਰੂ ਦਾ ਨਾਂ ਲੈ ਕੇ ਆਵਾਜ਼ ਮਾਰੀ, ਜੇ ਇਹਨੇ ਆਪਣੀ ਆਵਾਜ਼ ਵਿੱਚ ਤੈਨੂੰ ਅੱਗੋਂ ਜਵਾਬ ਦੇ ਦਿੱਤਾ ਨਾ, ਤੇ ਸਮਝ ਲਈ ਕਿ ਤੇਰਾ ਗੁਰੂ ਆ ਹੀ ਬੈਠਾ ਹੈ। ਸੱਚਮੁੱਚ ਇਸ ਨੇ ਜਦੋਂ ਉਸ ਫਲ ਨੂੰ ਕੱਟਿਆ ਤੇ ਵਿੱਚੋਂ ਇੱਕ ਕੀੜਾ ਨਿਕਲਿਆ। ਇਹਨੇ ਗੁਰੂ ਦਾ ਨਾਂ ਲੈ ਕੇ ਆਵਾਜ਼ ਮਾਰੀ, ਉਹਨੇ 3 ਵਾਰੀ ਅੱਗੋਂ ਕਿਰ ਕਿਰ ਕਰਕੇ ਜਵਾਬ ਦਿੱਤਾ ਤੇ ਭੁੱਬਾਂ ਨਿਕਲ ਗਈਆਂ, ਚਰਨਾਂ ਤੇ ਡਿੱਗ ਪਿਆ। ਕਹਿਣ ਲੱਗਾ ਪਾਤਸ਼ਾਹ ਕਿਰਪਾ ਕਰ ਦਿਓ, ਮੇਰੇ ਗੁਰੂ ਨੂੰ ਵੀ ਮੁਕਤ ਕਰ ਦਿਓ ਤੇ ਮੇਰੇ ਵੀ ਸਿਰ ਤੇ ਹੱਥ ਰੱਖ ਦਿਓ। ਤੇ ਮੇਰੇ ਸਾਹਿਬ ਜੀ ਨੇ ਮੁਕਤ ਕੀਤਾ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਜਿਹੜਾ ਆਪ ਪੂਰਾ ਹੈ ਉਹ ਦੂਜੇ ਨੂੰ ਪੂਰਾ ਕਰ ਸਕਦਾ ਹੈ, ਤੇ ਜਿਹੜਾ ਆਪ ਅਧੂਰਾ ਹੈ ਨਾ, ਉਹ ਕਦੇ ਦੂਜਿਆਂ ਨੂੰ ਪੂਰਾ ਨਹੀਂ ਕਰ ਸਕਦਾ। ਪਰ ਪੂਰਾ ਗੁਰੂ ਜਿਹੜਾ ਹੈ, ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਜੋ ਤੋ ਸਾਧ ਪਿਰਮ ਕੀ ਪਾਕੇ ਸੇਤੀ ਖੇਲ। ਕਹਿੰਦੇ ਨੇ ਜੇ ਪਿਆਰ ਦੀ ਖੇਡ ਖੇਡਣੀ ਹੈ ਨਾ, ਤੇ ਐਵੇਂ ਕੱਚਿਆਂ ਦੇ ਡੇਰਿਆਂ ਤੇ ਨਾ ਮੱਥੇ ਰਗੜਦਾ ਫਿਰੀ, ਐਵੇਂ ਪਿੱਪਲਾਂ ਦੀ ਪੂਜਾ ਨਾ ਕਰਦਾ ਫਿਰੀ, ਐਵੇਂ ਮੜੀਆਂ ਮਸਾਣਿਆਂ ਤੇ ਨਾ ਨੱਕ ਰਗੜਦਾ ਫਿਰੀ। ਕਬੀਰ ਜੋ ਤੋ ਸਾਧ ਪਿਰਮ ਕੀ ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੇ ਨਾ ਖਲ ਪਈ ਨਾ ਤੇਲ। ਕਹਿੰਦੇ ਨੇ ਕੱਚੀ ਸਰੋਂ ਕੋਲੂ ਵਿੱਚ ਪਾ ਵੀ ਦਈਏ ਨਾ, ਨਾ ਤੇ ਖਾਲੀ ਲੱਭਦੀ ਏ ਨਾ ਤੇਲੀ ਲੱਭਦਾ, ਦੋਹਾਂ ਚ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਸਾਂਝ ਜਿਹੜੀ ਹੈ ਨਾ ਉਹ ਕੱਚਿਆਂ ਨਾਲ ਪੈ ਗਈ। ਕੱਚੀ ਹਰ ਚੀਜ਼ ਧੋਖਾ ਦੇ ਜਾਂਦੀ ਏ। ਮਕਾਨ ਦੀ ਨੀਂਹ ਦੀ ਇੱਟ ਕੱਚੀ ਰੱਖ ਦਿਓ, ਧੋਖਾ ਦੇ ਜਾਏਗੀ। ਕੱਪੜੇ ਨੂੰ ਰੰਗ ਕੱਚਾ ਚਾੜ ਦਿਓ, ਇੱਕ ਦਿਨ ਧੋਖਾ ਦੇ ਜਾਏਗਾ। ਕੱਚਾ ਭੋਜਨ ਬੰਦੇ ਨੂੰ ਬਿਮਾਰ ਕਰ ਦਿੰਦਾ ਹੈ। ਕੱਚੇ ਰਾਹ ਤੇ ਕੋਈ ਤੁਰਨਾ ਪਸੰਦ ਨਹੀਂ ਕਰਦਾ।
ਕੱਚੀਆਂ ਗੱਲਾਂ ਕਰਨ ਵਾਲੇ ਬੰਦੇ ਤੇ ਕੋਈ ਭਰੋਸਾ ਨਹੀਂ ਕਰਦਾ। ਤੇ ਸੱਚ ਜਾਣਿਓ, ਕੱਚਾ ਗੁਰੂ ਵੀ ਇੱਕ ਦਿਨ ਧੋਖਾ ਦੇ ਜਾਂਦਾ ਹੈ। ਕੱਚਾ ਗੁਰੂ ਵੀ ਧੋਖਾ ਦੇਵੇਗਾ। ਜਿਸ ਦਿਨ ਪੱਕੇ ਨਾਲ ਸਾਂਝ ਪੈ ਗਈ, ਉਦਣ ਅੰਦਰ ਪ੍ਰਕਾਸ਼ ਹੋਵੇਗਾ। ਤੇ ਜੇ ਆਪਣਾ ਪ੍ਰਕਾਸ਼ ਅੰਦਰ ਦਾ ਨਾ ਹੋਵੇ ਤੇ ਬੰਦਾ ਠੋਕਰਾਂ ਹੀ ਖਾਂਦਾ ਹੈ। ਮੈਂ ਪੜ੍ਹਿਆ ਕਿ ਕਿਸੇ ਬਜ਼ੁਰਗ ਦੇ ਨਾ 10 ਕੁ ਪੁੱਤਰ ਸਨ ਤੇ 10 ਨੂੰਹਾਂ। ਬੜਾ ਵੱਡਾ ਪਰਿਵਾਰ ਸੀ ਉਸ ਦਾ, ਬੜਾ ਉਹਨਾਂ ਬੱਚਿਆਂ ਵਾਸਤੇ ਕੀਤਾ। ਤੇ ਹੌਲੀ ਹੌਲੀ ਜਦੋਂ ਬੁਢੇਪਾ ਆ ਗਿਆ ਨਾ, ਤੇ ਅੱਖਾਂ ਵਿੱਚ ਮੋਤੀਆ ਉਤਰ ਆਇਆ, ਅੱਖਾਂ ਤੋਂ ਦਿਸਣੋਂ ਹਟ ਗਿਆ। ਤੇ ਕਿਸੇ ਨੇ ਕਹਿ ਦਿੱਤਾ, ਬਾਪੂ ਜੀ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ, ਆਪਰੇਸ਼ਨ ਕਰਾ ਲਓ। ਤੇ ਉਹ ਪਤਾ ਕੀ ਕਹਿੰਦਾ? ਕਹਿੰਦਾ ਮੈਂ ਕੀ ਕਰਨਾ ਅੱਖਾਂ ਬਣਾ ਕੇ, 40 ਅੱਖਾਂ ਮੇਰੀਆਂ ਹੀ ਨੇ, ਮੇਰੇ ਪੁੱਤਰ ਮੇਰੇ ਨੂੰਹਾਂ, 40 ਅੱਖਾਂ ਮੇਰੀਆਂ ਹੀ ਨੇ, ਮੈਂ ਕੀ ਕਰਨੀਆਂ ਅੱਖਾਂ। ਪਰ ਬਦਕਿਸਮਤੀ ਇੱਕ ਦਿਨ ਘਰ ਨੂੰ ਅੱਗ ਲੱਗ ਗਈ। ਜਦੋਂ ਅੱਗ ਦਾ ਭਾਂਬੜ ਮੱਚਿਆ ਤੇ ਨੂੰਹਾਂ ਪੁੱਤਰ ਛਾਲਾਂ ਮਾਰਦੇ ਭੱਜ ਗਏ, ਬਾਪੂ ਚੀਕਾਂ ਮਾਰਦਾ ਰਹਿ ਗਿਆ। ਸਮਝ ਆ ਗਈ, ਕਹਿਣ ਲੱਗਾ ਉਹ ਜੇ ਮੇਰੀਆਂ ਵੀ ਅੱਖਾਂ ਹੁੰਦੀਆਂ ਤੇ ਮੈਂ ਵੀ ਅੱਜ ਭੱਜ ਕੇ ਬਾਹਰ ਨਿਕਲ ਜਾਂਦਾ। ਇਹ ਸੰਸਾਰ ਰੂਪੀ ਅੱਗ ਦੇ ਵਿੱਚੋਂ ਵੀ ਗੁਰੂ ਸਵਾਰਿਓ, ਜੇ ਆਪਣਾ ਅੱਖਾਂ ਦਾ ਅੰਦਰ ਦਾ ਚਾਨਣ ਹੋਵੇਗਾ ਤਾਂ ਹੀ ਬਚ ਸਕਾਂਗੇ। ਕੇਵਲ ਦੂਜਿਆਂ ਦੇ ਆਸਰੇ ਤੇ ਨਹੀਂ ਰਹਿਣਾ। ਸਤਿਗੁਰੂ ਜੀ ਸਾਨੂੰ ਇਹ ਪ੍ਰੇਰਣਾ ਕਰਦੇ ਨੇ। ਪਰ ਪੂਰਾ ਗੁਰੂ ਜਿਹੜਾ ਨਾ ਮਿਲਦਾ ਵੱਡੇ ਭਾਗਾਂ ਨਾਲ। ਜੇ ਇੱਕ ਗੱਲ ਯਾਦ ਰੱਖਿਓ, ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਉਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਤੇ ਪੂਰਾ ਗੁਰੂ ਕਿਰਪਾ ਕਰਦਾ ਤੇ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ। 4 ਵਾਰੀ ਜਿਹੜਾ ਮੰਗਲ ਆਉਂਦਾ ਨਾ ਵੱਖ-ਵੱਖ ਰੂਪਾਂ ਵਿੱਚ, ਅਖੀਰ ਤੇ ਉਸ ਦੇ ਕੇਵਲ ਗੁਰ ਪ੍ਰਸਾਦ ਹੀ ਹੈ। ਗੁਰ ਪ੍ਰਸਾਦ ਤੋਂ ਭਾਵ ਹੀ ਹੈ ਕਿ ਪਰਮਾਤਮਾ ਮਿਲਦਾ ਗੁਰੂ ਦੀ ਕਿਰਪਾ ਨਾਲ ਹੀ ਹੈ। ਗੁਰੂ ਦੀ ਬਖਸ਼ਿਸ਼ ਤੋਂ ਬਗੈਰ ਪਰਮਾਤਮਾ ਨਹੀਂ ਮਿਲਦਾ। ਜਦੋਂ ਗੁਰੂ ਕਿਰਪਾ ਕਰਦਾ ਤੇ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਫਿਰ ਕੱਚੋਂ ਕੰਚਨ ਭਇਓ, ਸ਼ਬਦ ਗੁਰੂ ਸਰਵਣੀ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ। ਕਹਿੰਦੇ ਨੇ ਕੱਚ ਤੋਂ ਕੰਚਨ ਬਣ ਗਿਆ ਜਦੋਂ ਗੁਰੂ ਪੂਰੇ ਗੁਰੂ ਦਾ ਸ਼ਬਦ ਕੰਨਾਂ ਦੇ ਨਾਲ ਸੁਣਿਆ। ਪੂਰੇ ਗੁਰੂ ਦਾ ਸ਼ਬਦ ਜਦੋਂ ਕੰਨਾਂ ਵਿੱਚ ਪੈ ਗਿਆ, ਬਿਖ ਤੇ ਅੰਮ੍ਰਿਤ ਹੋਇਓ। ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ। ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਮੀਰਾ ਵਿਆਹੀ ਗਈ ਮੇਵਾੜ ਦੇ ਰਾਜੇ ਦੇ ਨਾਲ। ਤੇ ਮੇਵਾੜ ਦਾ ਰਾਜਾ ਜਿਹੜਾ ਸੀ ਨਾ, ਵਿਆਹ ਕੇ ਤੇ ਲੈ ਕੇ ਆਇਆ, ਪਰ ਮੀਰਾ ਹਰ ਵੇਲੇ ਭਜਨ ਹੀ ਗਾਉਂਦੀ ਰਹਿੰਦੀ ਹੈ, ਹਰ ਵੇਲੇ ਪਰਮਾਤਮਾ ਦੇ ਗੀਤ ਗਾਉਂਦੀ ਰਹਿੰਦੀ ਸੀ। ਇਹਨੇ ਸੋਚਿਆ ਵੀ ਹੱਦ ਹੋ ਗਈ, ਮੈਂ ਤੇ ਵਿਆਹ ਕੇ ਲਿਆਇਆ ਸਾਂ ਕਿ ਮੈਨੂੰ ਸੁੱਖ ਮਿਲੇਗਾ। ਕਿਉਂਕਿ ਸੱਚ ਜਾਣਿਓ, ਬੰਦੇ ਦੇ ਅੰਦਰ ਇੱਕੋ ਹੀ ਖਾਸ਼ ਹੈ, ਉਹ ਹੁੰਦੀ ਹੈ ਕਿ ਸੁੱਖ ਮਿਲ ਜਾਏ। ਮੈਨੂੰ ਕਿਸੇ ਵੀ ਤਰੀਕੇ ਨਾਲ ਸੁੱਖ ਮਿਲਣਾ ਚਾਹੀਦਾ। ਜੇ ਨਾ ਮਿਲੇ ਤੇ ਨਾਤੇ ਟੁੱਟ ਜਾਂਦੇ ਨੇ। ਇਹ ਵਿਆਹ ਕੇ ਲੈ ਕੇ ਆਇਆ, ਪਰ ਉਹ ਹਰ ਵੇਲੇ ਗੀਤ ਗਾਉਂਦੀ ਹੈ। ਬੜਾ ਦੁਖੀ ਹੋ ਗਿਆ, ਕਹਿਣ ਲੱਗਾ ਹੱਦ ਹੋ ਗਈ, ਇਹਦੇ ਕੋਲੋਂ ਤੇ ਸੁੱਖ ਦੀ ਆਸ ਹੀ ਕੋਈ ਨਹੀਂ। ਪਰ ਇਹਨਾਂ ਦੇ ਵਿੱਚ ਇੱਕ ਮਰਿਆਦਾ ਹੈ ਰਾਜਪੂਤ ਘਰਾਣਿਆਂ ਵਿੱਚ ਕਿ ਜਿਹਨੂੰ ਵਿਆਹ ਕੇ ਲਿਆਂਦਾ ਨਾ, ਇਹਨੂੰ ਛੱਡਿਆ ਨਹੀਂ ਜਾ ਸਕਦਾ, ਛੱਡਣਾ ਨਹੀਂ। ਤੇ ਪਤਾ ਕੀ ਕੀਤਾ? ਮਨ ਵਿੱਚ ਆਈ ਕਿ ਕਿਉਂ ਨਾ ਇਹਨੂੰ ਕਿਸੇ ਤਰ੍ਹਾਂ ਮਾਰ ਹੀ ਦਿੱਤਾ ਜਾਏ। ਹੁਣ ਖਿਆਲ ਕਰਿਓ, ਇਸ ਨੂੰ ਮਾਰ ਦਿੱਤਾ ਜਾਏ। ਇਹ ਕਿਸੇ ਵੈਦ ਕੋਲ ਚਲਾ ਗਿਆ ਤੇ ਵੈਦ ਨੂੰ ਜਾ ਕੇ ਕਹਿਣ ਲੱਗਾ ਕਿ ਕੋਈ ਐਸਾ ਜ਼ਹਿਰ ਹੈ ਜਿਹੜਾ ਖਾਣ ਦੇ ਨਾਲ ਬੰਦੇ ਦੇ ਪ੍ਰਾਣ ਨਿਕਲ ਜਾਣ। ਵੈਦ ਕਹਿਣ ਲੱਗਾ ਮੇਰੇ ਕੋਲ ਤੇ ਇਹੋ ਜਿਹਾ ਜ਼ਹਿਰ ਹੈ ਵੀ ਖਾਣ ਦੀ ਲੋੜ ਹੀ ਨਹੀਂ, ਬਸ ਮੂੰਹ ਵਿੱਚ ਰੱਖਣ ਦੀ ਦੇਰ ਹੈ, ਪ੍ਰਾਣ ਨਿਕਲ ਜਾਣਗੇ। ਖੁਸ਼ ਹੋ ਗਿਆ, ਕਹਿਣ ਲੱਗਾ ਫਿਰ ਮੈਨੂੰ ਚਾਹੀਦਾ। ਇਸ ਨੇ ਇੱਕ ਪੁੜੀ ਦਿੱਤੀ, ਕਹਿਣ ਲੱਗਾ ਆ ਇਹਨੂੰ ਦੁੱਧ 'ਚ ਘੋਲ ਕੇ ਦੇ ਦਿਓ, ਜਿਹਨੂੰ ਵੀ ਦੇਣੀ ਹੈ, ਪ੍ਰਾਣ ਨਿਕਲ ਜਾਣਗੇ। ਇਸ ਨੇ ਲਿਆਂਦਾ, ਉਹ ਪੁੜੀ ਲਿਆ ਕੇ ਤੇ ਪਾਣੀ ਦੇ ਵਿੱਚ ਪਾ ਕੇ ਨਾ ਤੇ ਘੋਲ ਕੇ ਕਹਿਣ ਲੱਗਾ ਮੀਰਾ ਆ ਤੇਰੇ ਵਾਸਤੇ ਕ੍ਰਿਸ਼ਨ ਜੀ ਨੇ ਅੰਮ੍ਰਿਤ ਭੇਜਿਆ ਬਿੰਦਰਾਬਨ ਤੋਂ, ਇਹ ਤੇਰੇ ਵਾਸਤੇ ਭੇਜਿਆ ਗਿਆ। ਬਸ ਨਾਮ ਸੁਣਨ ਦੀ ਦੇਰ ਸੀ, ਰੌਂਗਟੇ ਖੜੇ ਹੋ ਗਏ, ਰੋਮ ਰੋਮ ਖਿੜ ਗਿਆ।
ਕਿ ਮੇਰੇ ਵਾਸਤੇ ਉਹਨਾਂ ਨੇ ਅੰਮ੍ਰਿਤ ਭੇਜਿਆ। ਬਸ ਇੱਕੋ ਦਮ ਫੜਿਆ ਪਿਆਲਾ ਤੇ ਗਟ-ਗਟ ਕਰਕੇ ਪੀ ਗਏ। ਹੁਣ ਇਹ ਪਤੀ ਵੇਖਦਾ ਕਿ ਇਹਦੇ ਕਦੋਂ ਪ੍ਰਾਣ ਨਿਕਲਣ। ਸਾਰਾ ਦਿਨ ਰਾਤ ਉਹ ਪੀ ਕੇ ਨੱਚਦੀ ਰਹੀ, ਪਰ ਜ਼ਹਿਰ ਨੇ ਵੀ ਅਸਰ ਨਹੀਂ ਕੀਤਾ। ਕਿਉਂ? ਕਿਉਂਕਿ ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਖਿਆਲ ਕਰਿਓ, ਇਹ ਜ਼ਹਿਰ ਵੀ ਅੰਮ੍ਰਿਤ ਬਣ ਜਾਂਦਾ ਹੈ। ਭਗਤ ਨਾਮਦੇਵ ਜੀ ਕਹਿੰਦੇ ਨੇ, 10 ਬੈਰਾਗਣ ਮੋਹੇ ਬਸ ਕੀਨੰ, ਪਾਂਚੋਂ ਕਾ ਮਿਟਨਾਓ। 70 ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਵੋ। ਇਹ 72 ਨਾੜੀਆਂ ਜਿਹੜੀਆਂ ਨੇ, ਇਹਨਾਂ 'ਚ ਖੂਨ ਗਰਦਸ਼ ਨਹੀਂ ਕਰਦਾ, ਹੁਣ ਅੰਮ੍ਰਿਤ ਗਰਦਸ਼ ਕਰ ਰਿਹਾ ਹੈ। ਪਰ ਇਹ ਜਦੋਂ ਪੂਰਾ ਗੁਰੂ ਮਿਲਦਾ ਤਾਂ ਇਹ ਅਵਸਥਾ ਬਣਦੀ ਹੈ। ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਗੁਰ ਪੂਰਾ ਭੇਟਿਓ ਵੱਡ ਭਾਗੀ। ਵੱਡੇ ਭਾਗਾਂ ਦੇ ਨਾਲ ਪੂਰਾ ਗੁਰੂ ਮਿਲ ਪਿਆ ਤੇ ਗੁਰੂ ਦੀ ਕਿਰਪਾ ਦੇ ਨਾਲ ਕੀ ਪ੍ਰਾਪਤੀ ਹੋ ਗਈ? ਮਨੇ ਭਇਆ ਪ੍ਰਕਾਸ਼ਾ। ਅੰਦਰ ਹੁਣ ਪ੍ਰਕਾਸ਼ ਹੋ ਗਿਆ, ਅੰਦਰ ਚਾਨਣ ਹੋ ਗਿਆ। ਤੇ ਮੈਂ ਫਿਰ ਬੇਨਤੀ ਕਰਾਂ, ਮੈਂ ਕਈ ਵਾਰੀ ਬੇਨਤੀ ਕਰਨਾ ਕਿ ਬੰਦੇ ਦੀ ਯਾਤਰਾ ਅੰਦਰੋਂ ਬਾਹਰ ਨੂੰ ਹੈ। ਜਿਹਦੇ ਅੰਦਰ ਹਨੇਰਾ ਹੈ ਨਾ ਜੀ, ਉਹਨਾਂ ਨੇ ਦੁਨੀਆ ਤੇ ਅੱਜ ਤੱਕ ਹਨੇਰ ਹੀ ਵਰਤਾਇਆ ਹੈ। ਪਰ ਜਿਹਦੇ ਅੰਦਰ ਚਾਨਣ ਹੋ ਗਿਆ, ਉਹ ਦੂਜਿਆਂ ਨੂੰ ਵੀ ਚਾਨਣ ਵੰਡਦਾ ਹੈ, ਉਹ ਦੂਜਿਆਂ ਨੂੰ ਵੀ ਖੁਸ਼ੀ ਵੰਡੇਗਾ। ਚਾਨਣ ਕੀ ਹੈ? ਖੁਸ਼ੀ ਦਾ ਪ੍ਰਤੀਕ ਹੈ। ਹਨੇਰਾ ਕੀ ਹੈ? ਦੁੱਖ ਦਾ ਪ੍ਰਤੀਕ ਹੈ। ਜਦੋਂ ਕਿਤੇ ਖੁਸ਼ੀ ਹੁੰਦੀ ਹੈ, ਅਸੀਂ ਬਹੁਤ ਸਾਰੀਆਂ ਲਾਈਟਾਂ ਜਗਾਉਂਦੇ ਹਾਂ, ਪਰ ਜਦੋਂ ਬੜੀ ਦੁੱਖ ਦੀ ਘੜੀ ਆਉਂਦੀ ਹੈ ਨਾ, ਉਦੋਂ ਜਗਦੇ ਦੀਵੇ ਵੀ ਬੁਝ ਜਾਂਦੇ ਨੇ। ਜਦੋਂ ਗੁਰੂ ਨੇ ਕਿਰਪਾ ਕਰ ਦਿੱਤੀ, ਗੁਰ ਪੂਰਾ ਭੇਟਿਓ ਵੱਡ ਭਾਗੀ, ਮਨੇ ਭਇਆ ਪ੍ਰਗਾਸਾ। ਅੰਦਰ ਪ੍ਰਕਾਸ਼ ਹੋ ਗਿਆ, ਅੰਦਰ ਖੇੜਾ ਆ ਗਿਆ। ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ, ਪਰ ਪੂਰਾ ਗੁਰੂ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ। ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਕਹਿੰਦੇ ਨੇ ਉਹਦੇ ਬਰਾਬਰ ਦਾ ਹੋਰ ਕੋਈ ਹੈ ਹੀ ਨਹੀਂ। ਆਪਣੇ ਗੁਰੂ ਤੇ ਪਰਵਾਸਾ, ਭਰੋਸਾ, ਯਕੀਨ। ਇੰਨਾ ਕੁ ਯਕੀਨ ਵੱਜ ਜਾਏ ਸਿੱਖ ਨੂੰ ਆਪਣੇ ਗੁਰੂ ਤੇ ਕਿ ਮੇਰੇ ਗੁਰੂ ਤੋਂ ਹੋਰ ਹੈ ਉੱਤੇ ਹੈ ਹੀ ਕੋਈ ਨਹੀਂ, ਮੇਰੇ ਗੁਰੂ ਤੋਂ ਵੱਡਾ ਕੋਈ ਨਹੀਂ। ਜਿਸ ਦਿਨ ਇਹ ਭਰੋਸਾ ਵੱਜ ਜਾਏ ਨਾ ਜੀ, ਸੱਚ ਜਾਣਿਓ, ਉਸ ਦਿਨ ਫਿਰ ਬੰਦਾ ਕਦੇ ਗੁਰੂ ਦਾ ਦਰ ਛੱਡ ਕੇ ਹੋਰ ਕਿਤੇ ਨਹੀਂ ਜੇ ਜਾਂਦਾ, ਹੋਰ ਕਿਤੇ ਨਹੀਂ ਜੇ ਭਟਕਦਾ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਨੰਦ ਲਾਲ ਮੈਂ ਤੇਰੇ ਤੇ ਬਹੁਤ ਪ੍ਰਸੰਨ ਹਾਂ, ਕੁਝ ਮੰਗ। ਤੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਪਾਤਸ਼ਾਹ ਤੁਹਾਡਾ ਦਿੱਤਾ ਬੜਾ ਕੁਝ ਹੈ, ਕੋਈ ਇੱਛਾ ਰਹਿ ਨਹੀਂ ਗਈ। ਕਹਿਣ ਲੱਗੇ, ਨਹੀਂ ਨੰਦ ਲਾਲ, ਅਜੇ ਵੀ ਸਮਾਂ, ਕੁਝ ਮੰਗ ਲੈ। ਤੇ ਭਾਈ ਸਾਹਿਬ ਜੀ ਨਾ ਇੱਕ ਮੰਗ ਮੰਗਦੇ ਨੇ। ਕਹਿਣ ਲੱਗੇ ਕਿ ਪਾਤਸ਼ਾਹ ਇਹਨਾਂ ਸਵਾਸਾਂ ਦਾ ਪਤਾ ਨਹੀਂ ਕਿਹੜੇ ਵੇਲੇ ਨਿਕਲ ਜਾਣ, ਕਿਹੜੇ ਵੇਲੇ ਡੋਰੀ ਟੁੱਟ ਜਾਏ। ਇੱਕ ਕਿਰਪਾ ਕਰਿਓ, ਜਦੋਂ ਸਵਾਸਾਂ ਦੀ ਡੋਰੀ ਟੁੱਟ ਜਾਏ, ਜਦੋਂ ਮੇਰੀ ਚਿਖਾ ਚਿਣੀ ਜਾਏ, ਮੈਨੂੰ ਚਿਖਾ ਤੇ ਰੱਖ ਦਿੱਤਾ ਜਾਏ, ਮੇਰੇ ਚਿਖਾ ਨੂੰ ਲਾਂਬੂ ਲਾ ਦਿੱਤਾ ਜਾਏ, ਇਸ ਤਨ ਦੀ ਸਵਾਹ ਬਣ ਜਾਏ, ਫਿਰ ਹਵਾ ਨੂੰ ਆਖਿਓ ਜਰਾ ਭਾਣੇ ਵਿੱਚ ਵਗੇ, ਜਰਾ ਠਹਿਰਾਓ ਵਿੱਚ ਵਗੇ। ਸਾਹਿਬ ਜੀ ਨੇ ਘੁੱਟ ਕੇ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਛਾਤੀ ਨਾਲ ਲਾ ਲਿਆ। ਕਹਿਣ ਲੱਗੇ, ਨੰਦ ਲਾਲ ਮੈਂ ਤੇਰੀ ਭਾਵਨਾ ਸਮਝ ਗਿਆ, ਪਰ ਆ ਬਾਕੀਆਂ ਨੂੰ ਵੀ ਸਮਝਾ, ਕਿਤੇ ਮਗਰੋਂ ਕੋਈ ਇਹ ਨਾ ਆਖੇ ਪਤਾ ਨਹੀਂ ਸਤਿਗੁਰੂ ਜੀ ਨੇ ਕੋਲੋਂ ਹੀ ਗੱਲ ਬਣਾ ਲਈ। ਤੇ ਉਸ ਵੇਲੇ ਭਾਈ ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ, ਪਾਤਸ਼ਾਹ ਮੈਂ ਇਸ ਕਰਕੇ ਕਹਿਣਾ ਕਿ ਜਦੋਂ ਮੇਰੇ ਤਨ ਦੀ ਸਵਾਹ ਬਣ ਜਾਏ, ਫਿਰ ਹਵਾ ਨੂੰ ਆਖਿਓ ਜਰਾ ਭਾਣੇ ਵਿੱਚ ਵਗੇ। ਪੁੱਛਿਆ ਕਿਉਂ? ਕਹਿਣ ਲੱਗੇ, ਜਿਹੜਾ ਨੰਦ ਲਾਲ ਸਾਰੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਦੇ ਬੂਹੇ ਤੇ ਰਿਹਾ, ਕਿਤੇ ਮਗਰੋਂ ਮੇਰੀ ਸਵਾਹ ਉੱਡ ਕੇ ਗਹਿਰਾਂ ਦੇ ਬੂਹਿਆਂ ਤੇ ਨਾ ਤੁਰੀ ਫਿਰੇ। ਮੇਰੇ ਦਾਤਿਆ, ਮੇਰੀ ਸਵਾਹ ਵੀ ਕਿਸੇ ਦੇ ਬੂਹੇ ਤੇ ਨਹੀਂ ਜਾਣੀ ਚਾਹੀਦੀ। ਮਬਰ ਐਬਾਦ ਖਾਕਮ ਅਜ਼ਦਰੇ ਦੋਸਤ ਕਿ ਦੁਸ਼ਮਨਮ ਸਰਜਨਦ ਨਦ ਕੀ ਈ ਅਰਜਾਈ ਅਸਤ। ਕਹਿਣ ਲੱਗੇ, ਦੁਸ਼ਮਣ ਕੀ ਸਮਝਣਗੇ ਕਿ ਨੰਦ ਲਾਲ ਇਹ ਕਿਸੇ ਇੱਕ ਦਾ ਨਹੀਂ ਰਿਹਾ, ਇਹ ਥਾਂ ਥਾਂ ਤੇ ਤੁਰਿਆ ਫਿਰਦਾ ਨਹੀਂ। ਪਾਤਸ਼ਾਹ
ਮੇਰੀ ਸਵਾਹ ਵੀ ਕਿਸੇ ਹੋਰ ਦੇ ਬੂਹੇ ਤੇ ਨਹੀਂ ਜਾਣੀ ਚਾਹੀਦੀ। ਉਸ ਇੱਕ ਦੇ ਹੋ ਕੇ ਰਹਿਣਾ। ਤੋ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਨਾ ਪਹੁੰਚਣ ਹਾਰਾ ਦੂਜਾ, ਆਪਣੇ ਸਾਹਿਬ ਕਾ ਪਰਵਾਸਾ। ਮੈਨੂੰ ਇੰਨਾ ਯਕੀਨ ਹੈ ਮੇਰੇ ਗੁਰੂ ਵਰਗਾ ਹੋਰ ਹੈ ਹੀ ਕੋਈ ਨਹੀਂ। ਦੇਖੋ ਗੱਲ ਭਰੋਸੇ ਦੀ ਏ, ਗੱਲ ਯਕੀਨ ਦੀ ਏ। ਸੀਸਗੰਜ ਸਾਹਿਬ ਦੇ ਨੇੜੇ ਇੱਕ ਜਾਮਾ ਮਸਜਿਦ ਹੈ। ਉਹਦੀ ਦੀਵਾਰ ਦੇ ਨਾਲ ਨਾ ਇੱਕ ਮੁਸਲਮਾਨ ਵੀਰ ਬੈਠ ਕੇ ਤੇ ਲੋਕਾਂ ਨੂੰ ਦਵਾਈਆਂ ਦਿੰਦਾ ਸੀ। ਬੜੀ ਬੜੀ ਦੂਰੋਂ ਲੋਕਾਂ ਨੇ ਦਵਾਈ ਲੈਣ ਆਉਣੀ। ਤੇ ਇੱਕ ਦਿਨ ਇੱਕ ਗੁਰਸਿੱਖ ਵੀ ਜਾ ਕੇ ਬੈਠ ਗਿਆ। ਉਹ ਵੀ ਕਤਾਰ 'ਚ ਖੜਾ ਸੀ। ਜਦੋਂ ਉਹਦੀ ਵਾਰੀ ਆਈ ਤੇ ਉਸ ਮੁਸਲਮਾਨ ਵੈਦ ਨੇ ਕਹਿ ਦਿੱਤਾ, ਸਰਦਾਰ ਜੀ ਤੁਹਾਡੇ ਲਈ ਦਵਾਈ ਨਹੀਂ। ਉਹਨੇ ਕਿਹਾ ਕਿਉਂ? ਕਹਿਣ ਲੱਗਾ ਨਹੀਂ, ਤੁਹਾਨੂੰ ਨਹੀਂ ਦੇ ਸਕਦਾ। ਕੁਝ ਦਿਨਾਂ ਬਾਅਦ ਇਹ ਫਿਰ ਜਾ ਕੇ ਉਸੇ ਲਾਈਨ 'ਚ ਖੜਾ ਹੋ ਗਿਆ। ਜਦੋਂ ਤੀਜੀ ਵਾਰੀ ਗਿਆ ਨਾ, ਉਸਨੇ ਕਿਹਾ ਸਰਦਾਰ ਜੀ ਤੁਸੀਂ 2 ਵਾਰੀ ਪਹਿਲਾਂ ਵੀ ਆਏ ਹੋ, ਅੱਜ ਤੁਸੀਂ ਫੇਰ ਆ ਗਏ ਹੋ। ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਡੇ ਲਈ ਦਵਾਈ ਨਹੀਂ। ਉਹ ਕਹਿਣ ਲੱਗੇ ਜੇ ਬਾਕੀਆਂ ਲਈ ਹੈ ਤੇ ਮੇਰੇ ਲਈ ਕਿਉਂ ਨਹੀਂ? ਉਸਨੇ ਬੜੀ ਸੋਹਣੀ ਗੱਲ ਕਹੀ। ਕਹਿਣ ਲੱਗਾ ਸਰਦਾਰ ਜੀ ਹਕੀਕਤ ਇਹ ਹੈ ਕਿ ਜਿਹੜੀਆਂ ਪੁੜੀਆਂ ਮੈਂ ਦੇਣਾ ਇਹਨਾਂ 'ਚ ਦਵਾਈ ਹੈ ਹੀ ਕੋਈ ਨਹੀਂ। ਹੈਰਾਨ ਹੋ ਗਿਆ। ਕਹਿਣ ਲੱਗਾ ਜੇ ਦਵਾਈ ਨਹੀਂ ਤੇ ਫਿਰ ਤੂੰ ਇਹ ਧੋਖਾ ਕਿਉਂ ਕਰਨਾ ਹੈ? ਉਹ ਕਹਿਣ ਲੱਗਾ ਜੀ ਧੋਖਾ ਤੇ ਤਾਂ ਕਰਦਾ ਹੋਵਾਂ ਜੇ ਮੈਂ ਕਿਸੇ ਕੋਲੋਂ ਪੈਸੇ ਲੈਂਦਾ ਹੋਵਾਂ ਤੇ ਮੈਂ ਤੇ ਨਿਸ਼ਕਾਮ ਸੇਵਾ ਕਰਨਾ। ਲੋਕਾਂ ਨੂੰ ਆਰਾਮ ਆਉਂਦਾ ਤਾਂ ਹੀ ਏਡੀ ਏਡੀ ਦੂਰੋਂ ਚੱਲ ਕੇ ਆਉਂਦੇ ਨੇ। ਹੈਰਾਨਗੀ ਹੋਰ ਵੱਧ ਗਈ। ਕਹਿਣ ਲੱਗੇ ਕਿ ਦਵਾਈ ਵੀ ਕੋਈ ਨਹੀਂ, ਆਰਾਮ ਵੀ ਆਉਂਦਾ, ਗੱਲ ਕੀ ਹੈ? ਉਸਨੇ ਕਿਹਾ ਸਰਦਾਰ ਜੀ ਭਾਵੇਂ ਮੈਂ ਮੁਸਲਮਾਨ ਹਾਂ, ਮੈਨੂੰ ਆਪਣੇ ਧਰਮ ਤੇ ਬੜਾ ਮਾਣ ਹੈ, ਪਰ ਸੱਚ ਜਾਣੀ ਮੈਂ ਰੋਜ਼ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਜਾਣਾ ਸੀਸਗੰਜ ਸਾਹਿਬ। ਮੈਂ 2:30 ਵਜੇ ਜਾ ਕੇ ਝਾੜੂ ਦੇਣਾ, ਮੈਂ ਸੰਗਤਾਂ ਦੇ ਜੋੜੇ ਝਾੜਨਾ, ਜਿਹੜੀ ਚਰਨ ਧੂੜੀ ਇਕੱਠੀ ਹੁੰਦੀ ਹੈ ਨਾ ਉਹ ਮੈਂ ਪੁੜੀਆਂ ਵਿੱਚ ਬੰਨ ਕੇ ਦੇਣਾ, ਜਿਹਦੇ ਨਾਲ ਲੋਕਾਂ ਦੇ ਰੋਗ ਕੱਟੇ ਜਾਂਦੇ ਨੇ। ਪਰ ਪਿਆਰਿਆ ਤੂੰ ਤੇ ਉਸ ਗੁਰੂ ਦਾ ਬੜਾ ਪਿਆਰਾ ਸਿੱਖ ਹੈ ਕਿ ਤੈਨੂੰ ਆਪਣੇ ਗੁਰੂ ਤੇ ਵਿਸ਼ਵਾਸ ਹੀ ਨਹੀਂ ਆਇਆ, ਤੈਨੂੰ ਆਪਣੇ ਗੁਰੂ ਤੇ ਭਰੋਸਾ ਨਹੀਂ। ਹਕੀਕਤ ਇਹ ਹੈ ਕਿ ਜਦੋਂ ਗੁਰੂ ਤੇ ਭਰੋਸਾ ਵੱਜ ਜਾਏ ਨਾ ਜੀ ਤੇ ਗੁਰੂ ਆਪ ਰਹਿਮਤ ਕਰਦਾ ਹੈ, ਆਪ ਕਿਰਪਾ ਕਰਦਾ ਹੈ। ਗੱਲ ਹੈ ਯਕੀਨ ਦੀ, ਭਰੋਸੇ ਦੀ। ਇੱਕ ਗੱਲ ਕਵਾਂ, ਮਾਨਯੋਗ ਦਾਸ ਦੇ ਵਿਦਿਆ ਦਾਤਾ ਪੰਥ ਰਤਨ ਸੱਚਖੰਡ ਵਾਸੀ ਗਿਆਨੀ ਸੰਤ ਸਿੰਘ ਜੀ ਮਸਕੀਨ ਸਾਹਿਬ ਸ੍ਰੀਨਗਰ ਕਥਾ ਕਰਦੇ ਸਨ ਤੇ ਇੱਕ ਦਿਨ ਦੰਦ ਵਿੱਚ ਕੋਈ ਦਰਦ ਹੋਈ ਤੇ ਕਥਾ ਛੇਤੀ ਸਮਾਪਤ ਕਰ ਦਿੱਤੀ। ਥੱਲੇ ਦੁਕਾਨਾਂ ਵਿੱਚ ਇੱਕ ਜੁੱਤੀਆਂ ਦਾ ਕੰਮ ਕਰਨ ਵਾਲਾ ਮੋਚੀ, ਉਹ ਵੀ ਕਥਾ ਸੁਣਦਾ ਸੀ। ਜਦ ਥੱਲੇ ਆਏ ਤੇ ਕਹਿਣ ਲੱਗਾ ਗਿਆਨੀ ਜੀ ਕਥਾ ਕਿਉਂ ਬੰਦ ਕਰ ਦਿੱਤੀ? ਉਹ ਕਹਿਣ ਲੱਗੇ ਮੇਰੇ ਦੰਦ ਵਿੱਚ ਦਰਦ ਹੋ ਰਹੀ ਹੈ, ਇਸ ਕਰਕੇ ਰਾਤ ਨੂੰ ਕਥਾ ਕਰਾਂਗੇ। ਉਹਨੇ ਪਤਾ ਕੀ ਆਖਿਆ? ਕਹਿੰਦਾ ਮੈਂ ਤੇ 2 ਮਿੰਟ 'ਚ ਦਰਦ ਹਟਾ ਦੇਣਾ। ਅੱਜ ਵੀ J&K ਦੇ ਵਿੱਚ ਬਹੁਤੇ ਲੋਕੀ ਮੰਤਰਾਂ ਨਾਲ ਇਲਾਜ ਕਰਦੇ ਨੇ। ਕਹਿਣ ਲੱਗਾ ਜੀ ਮੈਂ ਤੇ 2 ਮਿੰਟ 'ਚ ਹਟਾ ਦੇਣਾ। ਮਸਕੀਨ ਜੀ ਨੇ ਕਿਹਾ ਅੱਛਾ ਯਤਨ ਕਰ। ਉਹਨੇ ਕੁਝ ਪੜ੍ਹਦਾ ਰਿਹਾ। ਕਹਿਣ ਲੱਗਾ ਜੀ ਦਰਦ ਹਟ ਗਈ? ਕਹਿਣ ਲੱਗੇ ਨਹੀਂ, ਅਜੇ ਤੇ ਓਨੀਆਂ ਹੀ ਹੋ ਰਹੀ ਹੈ। ਉਹਨੇ ਫੇਰ ਕੁਝ ਪੜ੍ਹਿਆ, ਫਿਰ ਕਹਿਣ ਲੱਗਾ ਜੀ ਹੁਣ ਤੇ ਹਟ ਗਈ ਹੋਏਗੀ? ਕਹਿਣ ਲੱਗੇ ਨਹੀਂ, ਅਜੇ ਦਰਦ ਹੋ ਰਹੀ ਹੈ। ਜਦੋਂ ਉਹਨੇ ਤੀਜੀ ਵਾਰੀ ਆਪਣੀ ਪੂਰੀ ਵਾਹ ਲਾ ਲਈ ਨਾ ਤੇ ਕਹਿਣ ਲੱਗਾ ਜੀ ਹੁਣ ਤੇ 100% ਹਟ ਹੀ ਗਈ ਹੋਏਗੀ। ਮਸਕੀਨ ਜੀ ਕਹਿੰਦੇ ਨੇ ਅੱਗੇ ਨਾਲੋਂ ਵੀ ਜ਼ਿਆਦਾ ਹੁੰਦੀ ਹੈ। ਉਸਨੇ ਕਿਹਾ ਫਿਰ ਹਟਣੀ ਵੀ ਨਹੀਂ? ਕਹਿਣ ਲੱਗਾ ਕਿਉਂ? ਕਹਿੰਦੇ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਵੱਜਦਾ ਪਿਆ, ਤੁਹਾਡਾ ਯਕੀਨ ਨਹੀਂ ਵੱਜਦਾ ਪਿਆ। ਵਿਸ਼ਵਾਸ ਦੀ ਗੱਲ ਹੈ, ਭਰੋਸੇ ਦੀ ਗੱਲ ਹੈ। ਕਹਿੰਦੇ ਨੇ ਮੈਨੂੰ ਮੇਰੇ ਗੁਰੂ ਤੇ ਪੂਰਨ ਭਰੋਸਾ ਆ ਗਿਆ ਹੈ। ਆਪਣੇ ਸਤਿਗੁਰ ਕੈ ਬਲਿਹਾਰ, ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਆਗੈ ਸੁਖ ਪਾਸ਼ੈ ਸੁਖ ਸਹਿਜਾ, ਘਰ ਆਨੰਦ ਹਮਾਰਾ। ਮੇਰੇ ਹਿਰਦੇ ਰੂਪੀ ਘਰ ਵਿੱਚ ਹੁਣ ਸਦਾ ਹੀ ਆਨੰਦ ਬਣਿਆ ਰਹਿੰਦਾ ਹੈ। ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਹੀ ਕਿਰਪਾ ਕਰੇਗਾ। ਲੋਕ ਵਿੱਚ ਕਰ ਰਿਹਾ, ਪਰਲੋਕ ਵਿੱਚ ਵੀ ਹੁਣ ਯਕੀਨ ਹੈ ਕਿ ਉਹੀ ਕਿਰਪਾ ਕਰੇਗਾ। ਰਹਾਉ ਅੰਤਰ ਜਾਮੀ ਕਰਨੈ ਹਾਰਾ,
ਸੋਈ ਖਸਮ ਹਮਾਰਾ। ਜਿਹੜਾ ਦਿਲਾਂ ਦੀਆਂ ਜਾਣਨ ਵਾਲਾ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਕਹਿੰਦੇ ਨੇ ਉਹ ਅੰਦਰ ਦੀ ਜਾਣਨ ਵਾਲਾ, ਜਿਹੜਾ ਕਰਨ ਕਰਾਵਣ ਹਾਰ ਹੈ, ਜਿਹੜਾ ਪੈਦਾ ਕਰਨ ਵਾਲਾ ਹੈ, ਜਿਹੜਾ ਪਾਲਣਾ ਕਰਨ ਵਾਲਾ ਹੈ, ਜਿਹੜਾ ਮਿਟਾਉਣ ਵਾਲਾ ਹੈ, ਕਹਿੰਦੇ ਨੇ ਉਹੀ ਮੇਰਾ ਖਸਮ ਹੈ। ਨਿਰਭਉ ਭਏ ਗੁਰ ਚਰਣੀ ਲਾਗੇ, ਇਕ RAM ਨਾਮ ਆਧਾਰਾ। ਜਦੋਂ ਦੇ ਗੁਰੂ ਦੇ ਚਰਨ ਫੜ ਲਏ ਨੇ, ਉਦੋਂ ਦਾ ਹੋਰ ਕਿਸੇ ਤਰ੍ਹਾਂ ਦਾ ਕੋਈ ਭੈ ਨਹੀਂ ਰਹਿ ਗਿਆ। ਨਿਰਭਉ ਜਪੈ ਸਕਲ ਭਉ ਮਿਟੇ, ਨਿਰਭਉ ਭਏ ਗੁਰ ਚਰਨੀ ਲਾਗੇ, ਇਕ RAM ਨਾਮ ਆਧਾਰਾ। ਹੁਣ ਤੇ ਆਧਾਰ ਆਸਰਾ, ਜੀਵਨ ਦਾ ਆਸਰਾ ਕੇਵਲ RAM ਦਾ ਨਾਮ ਹੈ। ਹੁਣ ਨਾਮ ਦਾ ਹੀ ਆਸਰਾ ਹੈ, ਤੇ ਜਿਨਨੇ ਨਾਮ ਦਾ ਆਸਰਾ ਲੈ ਲਿਆ ਨਾ, ਪਾਤਸ਼ਾਹ ਜੀ ਕਹਿੰਦੇ ਨੇ ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਉਹਨਾਂ ਦੀ ਹਰੇਕ ਤਰ੍ਹਾਂ ਦੀ ਭੁੱਖ ਮਿਟ ਜਾਂਦੀ ਏ, ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ ਹੈ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਹੈ ਪੀ ਹੋਵਨ ਹਾਰਾ। ਸਫਲ ਦਰਸ਼ਨ, ਜਿਹਦੇ ਦਰਸ਼ਨ ਕਰਨ ਦੇ ਨਾਲ ਜੀਵਨ ਦੀ ਸਫਲਤਾ ਮਿਲ ਜਾਏ, ਹਰ ਮਨੋ ਕਾਮਨਾ ਪੂਰੀ ਹੋ ਜਾਏ, ਉਹ ਪਰਮਾਤਮਾ ਹੈ ਪੀ ਹੋਵਨ ਹਾਰਾ। ਜਿਹੜਾ ਹੁਣ ਵੀ ਹੈ ਤੇ ਅੱਗੋਂ ਵੀ ਸਦੀਵੀ ਰਹੇਗਾ, ਉਸ ਪਰਮਾਤਮਾ ਦਾ ਦੀਦਾਰ ਹੋ ਗਿਆ ਹੈ। ਕੰਠ ਲਗਾਏ ਆਪਣੇ ਜਨ ਰਾਖੇ, ਆਪਣੀ ਪ੍ਰੀਤ ਪਿਆਰਾ। ਆਪਣੀ ਪ੍ਰੀਤ ਦੇ ਨਾਲ, ਪਿਆਰ ਦੇ ਨਾਲ ਆਪਣੇ ਪਿਆਰਿਆਂ ਨੂੰ ਉਹ ਆਪਣੇ ਗਲੇ ਦੇ ਨਾਲ ਲਾ ਕੇ ਰੱਖਦਾ ਹੈ। ਉਹ ਪਰਿਪੂਰਨ ਪਰਮਾਤਮਾ ਐਸਾ ਹੈ, ਜਿਹਦੀ ਉਹਦੇ ਨਾਲ ਸਾਂਝ ਬਣਦੀ ਹੈ ਨਾ, ਉਹ ਆਪਣੇ ਪਿਆਰਿਆਂ ਨੂੰ ਕੰਠ ਨਾਲ ਲਾ ਕੇ ਰੱਖਦਾ ਹੈ। ਵੱਡੀ ਵਡਿਆਈ ਅਚਰਜ ਸੋਭਾ, ਕਾਰਜ ਆਇਆ ਰਾਸੇ। ਮੇਰੇ ਗੁਰੂ ਦੀ ਵਡਿਆਈ ਜਿਹੜੀ ਇਹਨਾਂ ਵੱਡੀ ਹੈ, ਉਹਦੀ ਸੋਭਾ ਅਚਰਜ ਹੈ। ਔਰ ਉਹਦੇ ਨਾਲ ਜਦੋਂ ਜੁੜ ਗਏ ਤੇ ਸਾਹਿਬ ਕਹਿੰਦੇ ਨੇ ਫਿਰ ਸਾਰੇ ਕਾਰਜ ਰਾਸ ਹੋ ਗਏ, ਫਿਰ ਸਾਰੇ ਕੰਮ ਹੀ ਨੇਪਰੇ ਚੜ ਜਾਂਦੇ ਨੇ, ਹਰੇਕ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਰਹਿ ਜਾਂਦੀ। ਕਾਰਜ ਆਇਆ ਰਾਸੇ, ਸਾਰੇ ਕੰਮ ਜਿਹੜੇ ਨੇ ਉਹ ਰਾਸ ਹੋ ਜਾਂਦੇ ਹਨ। ਨਾਨਕ ਕਉ ਗੁਰ ਪੂਰਾ ਭੇਟਿਓ, ਸਗਲੇ ਦੁਖ ਬਿਨਾਸੇ। ਸਾਹਿਬ ਜੀ ਕਹਿੰਦੇ ਨੇ ਕਿ ਨਾਨਕ ਆਖਦੇ ਨੇ ਕਿ ਮੈਨੂੰ ਪੂਰਾ ਗੁਰੂ ਮਿਲ ਪਿਆ, ਜਿਹਦੇ ਨਾਲ ਸਾਰੇ ਦੁੱਖ ਜਿਹੜੇ ਨੇ ਉਹ ਮਿਟ ਗਏ। ਪੂਰਾ ਗੁਰੂ ਕੌਣ ਹੈ? ਪੂਰਾ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਸਿੱਖੋ, ਕਿਤੇ ਹੋਰ ਭਟਕਣ ਦੀ ਲੋੜ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੂਰੇ ਸਤਿਗੁਰੂ ਨੇ, ਔਰ ਇਹ ਪੂਰੇ ਦੀ ਬਾਣੀ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੂ ਡੋਲੇ। ਉਹ ਪਰਮਾਤਮਾ ਅਡੋਲ ਹੈ, ਇਹ ਬਾਣੀ ਅਡੋਲ ਹੈ। ਜਿਹੜਾ ਇਹਦੇ ਨਾਲ ਜੁੜ ਜਾਂਦਾ ਉਹ ਜੀਵਨ ਵਿੱਚ ਕਦੇ ਨਹੀਂ ਜੇ ਡੋਲਦਾ। ਭਾਵੇਂ ਲੱਖਾਂ ਤੂਫਾਨ ਆ ਜਾਣ ਜੀਵਨ ਵਿੱਚ, ਉਹ ਕਦੇ ਨਹੀਂ ਡੋਲਦਾ। ਉਹ ਆਪਣੇ ਗੁਰੂ ਤੇ ਪੂਰਨ ਤੌਰ ਤੇ ਭਰੋਸਾ ਰੱਖਦਾ ਹੈ। ਆਓ ਜੋ ਲੜੀਵਾਰ ਸ਼ਬਦ ਚੱਲ ਰਿਹਾ ਹੈ, ਉਸ ਦੀ ਵਿਚਾਰ ਤੁਸ਼ ਬੁੱਧੀ ਅਨੁਸਾਰ ਰਲ ਮਿਲ ਕੇ ਕਰੀਏ ਜੀ। ਗੋਂਡ ਟੂਟੇ ਤਾਗੇ ਨਿਖੁੱਟੀ ਪਾਨ। ਕਬੀਰ ਸਾਹਿਬ ਜੀ ਦੀ ਇਹ ਪਾਵਨ ਬਾਣੀ ਗੋਂਡ ਰਾਗ ਅੰਦਰ ਸਾਹਿਬ ਜੀ ਕਹਿੰਦੇ ਨੇ ਕਿ ਟੂਟੇ ਧਾਗੇ ਨਖੁੱਟੀ ਪਾਨ। ਜੁਲਾਹੇ ਦਾ ਕੰਮ ਕਰਦੇ ਨੇ, ਖੱਡੀ ਤੇ ਕੱਪੜਾ ਬੁਣਦੇ ਨੇ, ਪਰ ਉਹਨਾਂ ਦੇ ਜੋ ਜੀਵਨ ਵੱਲ ਵੇਖ ਕੇ ਮਾਤਾ ਦੁਨਿਆਵੀ ਸੋਚ ਵਾਲੀ, ਕਿਉਂਕਿ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਰੱਬ ਦੇ ਪਿਆਰਿਆਂ ਦਾ ਤੇ ਭਗਤਾਂ ਦਾ ਮੇਲ ਨਹੀਂ ਹੁੰਦਾ। ਮਾਤਾ ਜੀ ਕਈ ਵਾਰੀ ਕਹਿੰਦੇ ਨੇ, ਹਮਰੇ ਕੁਲ ਕੌਨੇ ਰਾਮ ਕਹਿਓ, ਜਬ ਕੀ ਮਾਲਾ ਲਈ ਨਪੁੱਤੇ ਤਬ ਤੇ ਸੁਖ ਨਾ ਭਇਓ। ਕਹਿੰਦੇ ਨੇ ਸਾਡੀ ਕੁਲ ਚ ਤੇ ਕਦੇ ਕਿਸੇ ਰਾਮ ਆਖੇ ਨਹੀਂ ਸੀ।
ਇਸ ਨਪੁੱਤੇ ਨੇ ਜਦੋਂ ਦੀ ਮਾਲਾ ਫੜ ਲਈ ਹੈ ਨਾ ਤੇ ਸਾਡੇ ਜੀਵਨ ਤੇ ਦੁੱਖ ਹੀ ਦੁੱਖ ਆ ਗਿਆ। ਕਿਉਂਕਿ ਸੰਸਾਰੀ ਬੰਦਾ ਜਿਹੜਾ ਨਾ ਉਹਨੂੰ ਨਹੀਂ ਪਤਾ ਕਿ ਇਹਦੇ ਵਿੱਚ ਕਿੰਨਾ ਵੱਡਾ ਸੁੱਖ ਹੈ। ਉਹ ਕੇਵਲ ਆਪਣੇ ਕਾਰੋਬਾਰ ਨੂੰ ਵੇਖਦੇ ਨੇ। ਤੇ ਮਾਤਾ ਜੀ ਉਸ ਵੱਲ ਵੇਖ ਕੇ ਨਾ ਤੇ ਕਹਿ ਰਹੇ ਨੇ, ਕਹਿੰਦੇ ਨੇ ਕਿ ਟੂਟੇ ਧਾਗੇ ਨਖੁੱਟੀ ਪਾਣ। ਕਹਿੰਦੇ ਨੇ ਕਿ ਤਾਣੀ ਦੇ ਜਿਹੜੇ ਧਾਗੇ ਨੇ ਨਾ ਉਹ ਸਾਰੇ ਟੁੱਟੇ ਪਏ ਨੇ, ਖਿਲਰੇ ਪਏ ਨੇ। ਨਖੁੱਟੀ ਪਾਣ, ਪਾਣ ਕਹਿੰਦੇ ਨੇ ਜਿਹੜੇ ਆਟੇ ਦੀ ਬਣਾ ਕੇ ਨਾ ਤੇ ਉਹ ਪਾਣ ਚੜਾਈ ਜਾਂਦੀ ਏ ਕੱਪੜਾ ਬੁਣਨ ਤੋਂ ਪਹਿਲਾਂ ਸੂਤਰ ਨੂੰ, ਧਾਗੇ ਨੂੰ, ਉਹਨੂੰ ਕਹਿੰਦੇ ਨੇ ਪਾਣ। ਤੇ ਨਖੁੱਟੀ ਦਾ ਅਰਥ ਹੈ ਮੁੱਕ ਗਈ। ਕਹਿੰਦੇ ਨੇ ਪਾਣ ਵੀ ਮੁੱਕੀ ਪਈ ਏ, ਇਹਨੂੰ ਕਿਸੇ ਤਰ੍ਹਾਂ ਦਾ ਕੋਈ ਫਿਕਰ ਨਹੀਂ, ਧਾਗੇ ਟੁੱਟੇ ਪਏ ਹਨ। ਦੁਆਰ ਉਪਰ ਚਿਲਕਾਵਹਿ ਕਾਨ। ਤੇ ਦਰਵਾਜ਼ੇ ਦੇ ਉੱਤੇ ਜਿਹੜੇ ਕਾਨੇ ਪਏ ਨੇ ਉਹ ਉਹਨਾਂ ਦਾ ਵੀ ਕੋਈ ਖਿਆਲ ਨਹੀਂ, ਉਹ ਵੀ ਚਿਲਕਾਵੇ ਭਾਵ ਉਹ ਉਸੇ ਤਰ੍ਹਾਂ ਹੀ ਲਿਸ਼ਕਦੇ ਪਏ ਹਨ। ਕੂਚ ਵਿਚਾਰੇ ਫੂਏ ਫਾਲ। ਕੁਛ ਕਹਿੰਦੇ ਨੇ ਉਹ ਬੁਰਸ਼, ਕਹਿੰਦੇ ਨੇ ਬੁਰਸ਼ ਵਿਚਾਰੇ ਜਿਹੜੇ ਨੇ ਫੂਏ ਫਾਲ ਭਾਵ ਉਹ ਤੀਲਾ ਤੀਲਾ ਹੋਏ ਫਿਰਦੇ ਨੇ। ਫੂਏ ਫਾਲ ਇੱਕ ਅਸੀਂ ਨਾ ਪੁਰਾਣੇ ਬਜ਼ੁਰਗ ਸ਼ਬਦ ਵਰਤਦੇ ਹੁੰਦੇ ਸਨ, ਫਨਾਹ ਫਿੱਲਾ, ਫਨਾਹ ਫਿੱਲਾ ਹੋ ਜਾਣਾ। ਇਹਦਾ ਮਤਲਬ ਕਿ ਬਿਲਕੁਲ ਹੀ ਨਾਸ ਹੋ ਜਾਣਾ। ਉਹਦੇ ਤੋਂ ਇਹ ਸ਼ਬਦ ਹੈ ਫੂਏ ਫਾਲ। ਅੱਜ ਕੱਲ੍ਹ ਤੇ ਸਾਡੀ ਡਿਕਸ਼ਨਰੀ ਚੋਂ ਇਹ ਸ਼ਬਦ ਜਿਹੜੇ ਨੇ ਨਾ ਜੀ ਇਹ ਮੁੱਕਦੇ ਜਾ ਰਹੇ ਨੇ। ਸੱਚ ਜਾਣਿਓ ਅਸੀਂ ਆਪਣੀ ਮਾਂ ਬੋਲੀ ਤੋਂ ਬੜੇ ਦੂਰ ਤੁਰੇ ਜਾ ਰਹੇ ਹਾਂ। ਸਾਡੇ ਬੱਚਿਆਂ ਨੂੰ ਉਹ ਸ਼ਬਦਾਂ ਦਾ ਪਤਾ ਹੀ ਨਹੀਂ। ਅਸੀਂ ਹਿੰਦੀ 'ਚ ਗੱਲ ਕਰਾਂਗੇ, ਅਸੀਂ ਅੰਗਰੇਜ਼ੀ 'ਚ ਗੱਲ ਕਰਾਂਗੇ, ਪੰਜਾਬੀ ਤੋਂ ਬਹੁਤ ਦੂਰ ਤੁਰੇ ਜਾ ਰਹੇ ਹਾਂ। ਹਾਂ ਇੱਕ ਗੱਲ ਹੈ ਕਿ ਜਦੋਂ ਕਿਸੇ ਨੇ ਗਾਲ ਕੱਢਣੀ ਹੋਵੇ ਉਹ ਜ਼ਰੂਰ ਪੰਜਾਬੀ 'ਚ ਕੱਢਦੇ ਨੇ, ਬਾਕੀ ਗੱਲ ਜਿਹੜੀ ਹੈ ਨਾ ਉਹ ਹਿੰਦੀ 'ਚ ਹੀ ਕਰਨਗੇ, ਅੰਗਰੇਜ਼ੀ 'ਚ ਕਰਨਗੇ। ਨਹੀਂ ਪਿਆਰਿਓ, ਇਹ ਸਾਡੀ ਮਾਂ ਬੋਲੀ ਹੈ। ਜਿਹੜਾ ਮਾਂ ਬੋਲੀ ਤੋਂ ਦੂਰ ਚਲਾ ਜਾਂਦਾ ਨਾ ਉਹ ਇੱਕ ਦਿਨ ਉਹ ਵੀ ਫਨਾਹ ਫਿੱਲਾ ਹੀ ਹੋ ਜਾਂਦਾ ਹੈ। ਤੋ ਬੜਾ ਪਿਆਰਾ ਬਚਨ ਫੂਏ ਫਾਲ। ਕਹਿੰਦੇ ਨੇ ਕੁਛ ਜਿਹੜੇ ਨੇ ਬੁਰਸ਼ ਨੇ ਇਹ ਵਿਚਾਰੇ ਫੂਏ ਫਾਲ ਤੀਲਾ ਤੀਲਾ ਹੋਏ ਫਿਰਦੇ ਹਨ। ਯਾ ਮੁੰਡਿਆ ਸਿਰ ਚੜ੍ਹਬੋ ਕਾਲ। ਇਸ ਮੁੰਡੇ ਦੇ ਸਿਰ ਤੇ ਸਿਰ ਚੜ੍ਹਬੋ ਕਾਲ ਭਾਵ ਕੀ ਹੈ ਕਿ ਇਹਦੇ ਸਿਰ ਤੇ ਮੌਤ ਚੜ੍ਹ ਕੇ ਨੱਚ ਰਹੀ ਹੈ। ਇਹੋ ਮੁੰਡਿਆ ਸਗਲੋ ਦਰਬ ਖੋਈ। ਇਸ ਮੁੰਡੇ ਨੇ ਜਿਹੜਾ ਧਨ ਸੀ ਨਾ ਕਮਾ ਕੇ ਤੇ ਕੀ ਲਿਆਉਣਾ ਸੀ, ਜਿਹੜੀਆਂ 4 ਛਿੱਲਾਂ ਐ ਸਨ ਨਾ ਘਰ 'ਚ ਪਈਆਂ, ਇਹਨੇ ਉਹ ਵੀ ਸਾਰੀਆਂ ਖਰਚ ਕਰ ਦਿੱਤੀਆਂ, ਉਹਨੇ ਵੀ ਸਾਰੀਆਂ ਗਵਾ ਦਿੱਤੀਆਂ ਹਨ। ਆਵਤ ਜਾਤ ਨਾਕਸਰ ਹੋਈ। ਕਹਿੰਦੇ ਨੇ ਆਵਤ ਜਾਤ ਨਾਕਸਰ ਹੋਈ। ਕਹਿੰਦੇ ਨੇ ਘਰ 'ਚ ਇੰਨਾ ਆਉਣਾ ਜਾਣਾ ਰਹਿੰਦਾ ਇਸ ਮੁੰਡੇ ਦੇ ਕਰਕੇ ਕਿ ਨਾਕਸਰ ਹੋਈ ਦਾ ਮਤਲਬ ਹੁੰਦਾ ਜਿਵੇਂ ਅਸੀਂ ਕਹਿ ਦਿੰਦੇ ਹਾਂ ਕਿ ਮੇਰਾ ਤੇ ਨੱਕ 'ਚ ਹੀ ਦਮ ਆ ਗਿਆ, ਮੇਰਾ ਤੇ ਨੱਕ 'ਚ ਦਮ ਆਇਆ ਪਿਆ, ਇੰਨਾ ਇਹਦੇ ਕਰਕੇ ਆਉਣਾ ਜਾਣਾ ਹੈ। ਰਹਾਉ ਤੁਰੀ ਨਾਰ ਕੀ ਛੋਡੀ ਬਾਤਾ। ਕਹਿੰਦੇ ਨੇ ਤੁਰੀ ਉਹ ਹੁੰਦੀ ਹੈ ਜੀ ਉਹ ਜਿਹਦੇ ਦੁਆਲੇ ਕੱਪੜਾ ਲਪੇਟਦੇ ਨੇ, ਤੇ ਨਾਰ ਕੀ ਹੈ ਉਹ ਨਾਲ ਜਿਹਦੇ ਵਿੱਚ ਦੀ ਧਾਗਾ ਕੱਢਦੇ ਨੇ। ਕਹਿੰਦੇ ਨੇ ਉਸ ਤੁਰੀ ਦੀ ਤੇ ਨਾਰ ਦੀ ਇਹ ਤੇ ਕਹਿੰਦੇ ਗੱਲ ਹੀ ਛੱਡੋ, ਇਹਨੂੰ ਤੇ ਚੇਤਾ ਹੀ ਕੋਈ ਨਹੀਂ ਹੈ। ਰਾਮ ਨਾਮ ਵਾਕਾ ਮਨ ਰਾਤਾ। ਬਸ ਇਹਦਾ ਮਨ ਤੇ ਕੇਵਲ ਰਾਮ ਦੇ ਨਾਮ ਵਿੱਚ ਹੀ ਰੰਗਿਆ ਰਹਿੰਦਾ ਹੈ, ਹਰ ਵੇਲੇ ਰਾਮ ਰਾਮ ਹੀ ਕਰਦਾ ਰਹਿੰਦਾ ਹੈ। ਲੜਕੀ ਲੜਕਨ ਖੈਬ ਨਾਹੇ। ਕਹਿੰਦੇ ਨੇ ਕਿ ਮੁੰਡੇ ਕੁੜੀਆਂ ਜਿਹੜੇ ਨੇ ਬੱਚੇ ਨੇ ਭਾਵ ਲੜਕੇ ਲੜਕਨ ਉਹ ਤੁਹਾਨੂੰ ਤੇ ਖਾਣ ਵਾਸਤੇ ਲੱਭਦਾ ਕੁਛ ਨਹੀਂ, ਕਿਉਂਕਿ ਕੋਈ ਕਮਾਈ ਕਰੇ ਤੇ ਤਾਂ ਹੈ ਨਾ। ਕਹਿੰਦੇ ਨੇ ਘਰ ਵਿੱਚ ਖਾਣ ਵਾਸਤੇ ਕੁਝ ਨਹੀਂ, ਉਹਨਾਂ ਬੱਚਿਆਂ ਵਾਸਤੇ ਖਾਣ ਲਈ ਕੁਝ ਨਹੀਂ ਹੈ। ਮੁੰਡਿਆ ਅਨ ਦਿਨ ਧਾਪੇ ਜਾਹੇ। ਪਰ ਜਿਹੜੇ ਇਹਦੇ ਸਾਥੀ ਆਉਂਦੇ ਨੇ ਉਹ ਕਿਹੜੇ ਨੇ? ਸਾਧੂ ਸੰਤ। ਇੱਥੇ ਮੁੰਡਿਆ ਦਾ ਅਰਥ ਆ ਗਿਆ ਕਿ ਜਿਹੜੇ ਸਾਧੂ ਸੰਤ ਆਉਂਦੇ ਸਨ। ਧਾਪੇ ਜਾਏ ਦਾ ਅਰਥ ਹੁੰਦਾ ਹੈ ਕਿ ਉਹ ਤੇ ਰੱਜ ਰੱਜ ਕੇ ਜਾਂਦੇ ਨੇ। ਇਹਦਾ ਮਤਲਬ ਕਿ ਜਿਹੜੇ ਇਹਦੇ ਸਾਥੀ ਸੰਗੀ ਸਾਥੀ ਨੇ ਨਾ ਉਹਨਾਂ ਨੂੰ ਸਭ ਕੁਝ ਖਵਾ ਦਿੰਦਾ ਹੈ ਤੇ ਆਪਣੇ ਬੱਚਿਆਂ ਦਾ ਖਿਆਲ ਹੀ ਕੋਈ ਨਹੀਂ।
ਉਹਦੇ ਜਿਹੜੇ ਸਾਥੀ ਆਉਂਦੇ ਨੇ ਧਾਪੇ ਜਾਏ ਉਹ ਰੱਜ ਕੇ ਜਾਂਦੇ ਹਨ। ਇੱਕ ਦੋਏ ਮੰਦਰ ਇੱਕ ਦੋਏ ਬਾਟ। ਮਾਤਾ ਪਤਾ ਨਹੀਂ ਅੰਦਰੋਂ ਕਿੰਨੀ ਕੁ ਦੁਖੀ ਹੋਏਗੀ, ਕਹਿੰਦੀ ਇੱਕ ਦੋਏ ਮੰਦਰ ਤੇ ਇੱਕ ਦੋਏ ਬਾਟ। ਕਹਿੰਦੇ ਨੇ ਕਿ ਇੱਕ ਦੋ ਤੇ ਅਜੇ ਘਰ 'ਚ ਬੈਠੇ ਹੁੰਦੇ ਨੇ ਤੇ ਇੱਥੇ ਹੀ ਬਸ ਨਹੀਂ, ਦੋ ਤਿੰਨ ਪਿੱਛੋਂ ਵੀ ਤੁਰੇ ਆਉਂਦੇ ਨੇ, ਉਹ ਰਾਹ 'ਚ ਤੁਰੇ ਆਉਂਦੇ ਨੇ। ਕੁਝ ਤੇ ਘਰ 'ਚ ਬੈਠੇ ਨੇ ਤੇ ਕੁਝ ਅਜੇ ਰਸਤੇ 'ਚ ਤੁਰੇ ਆਉਂਦੇ ਹਨ। ਹਮ ਕਉ ਸਾਥਰ ਉਨ ਕਉ ਖਾਟ। ਕਹਿੰਦੇ ਨੇ ਹੱਦ ਹੋ ਗਈ, ਸਾਡੇ ਘਰ ਵਿੱਚ ਸਾਡੇ ਵਾਸਤੇ ਤੇ ਮੰਜੀ ਕੋਈ ਨਹੀਂ, ਅਸੀਂ ਤੇ ਭੁੰਜੇ ਸੌਈਏ, ਕਿਉਂਕਿ ਆਉਣਾ ਜਾਣਾ ਇੰਨਾ। ਤੇ ਇਹ ਮੁੰਡਾ ਕਰਦਾ ਕੀ ਏ, ਕਬੀਰ ਜੀ ਵਾਸਤੇ ਕਹਿੰਦੇ ਨੇ ਕਿ ਸਾਡੇ ਵਾਸਤੇ ਤੇ ਮੰਜਾ ਕੋਈ ਨਹੀਂ ਤੇ ਉਨ ਕੋ ਖਾਟ, ਉਹਨਾਂ ਵਾਸਤੇ ਮੰਜੀਆਂ ਵਿਛਾ ਵਿਛਾ ਕੇ ਦਿੰਦਾ ਹੈ। ਮੂੰਡ ਪਲੋਸ ਕਰਮ ਬੰਦ ਪੋਥੀ। ਕਹਿੰਦੇ ਨੇ ਕਿ ਮੂੰਡ ਪਲੋਸ ਕਰਮਬੱਧ ਪੋਥੀ। ਉਹਨਾਂ ਨੇ ਆਪਣੀ ਕਮਰ ਦੇ ਨਾਲ ਜਿਹੜੇ ਧਾਰਮਿਕ ਗ੍ਰੰਥ ਨੇ ਨਾ ਉਹ ਲਟਕਾਏ ਹੁੰਦੇ ਨੇ ਤੇ ਮੂੰਡ ਪਲੋਸ ਨਾਲ ਗ੍ਰੰਥ ਬੰਨ ਲਏ ਤੇ ਸਿਰ ਤੇ ਹੱਥ, ਟਿੰਡ ਤੇ ਹੱਥ ਫੇਰਦੇ ਕਬੀਰ ਜੀ ਦੇ ਘਰ ਵੱਲ ਨੂੰ ਤੁਰੇ ਆਉਂਦੇ ਹਨ। ਹਮ ਕਉ ਚਾਬਨ ਉਨ ਕਉ ਰੋਟੀ। ਔਰ ਕਹਿੰਦੇ ਨੇ ਕਿ ਹਮ ਕੋ ਚਾਬਨ ਉਨ ਕੋ ਰੋਟੀ, ਸਾਡੇ ਖਾਣ ਵਾਸਤੇ ਰੋਟੀ ਕੋਈ ਨਹੀਂ, ਸਾਨੂੰ ਤੇ ਕਹਿੰਦਾ ਵੀ ਛੋਲੇ ਖਾ ਕੇ ਗੁਜ਼ਾਰਾ ਕਰ ਲਓ। ਚਾਬਨ ਦਾ ਅਰਥ ਹੈ ਭੁੱਜੇ ਛੋਲੇ, ਕਿ ਛੋਲੇ ਖਾ ਕੇ ਗੁਜ਼ਾਰਾ ਕਰ ਲਓ। ਪਰ ਜਿਹੜੇ ਆਪਣੇ ਸਾਥੀ ਨੇ ਉਹਨਾਂ ਨੂੰ ਰੋਟੀ, ਉਹਨਾਂ ਵਾਸਤੇ ਪ੍ਰਸ਼ਾਦਾ ਛਕਾਉਂਦਾ ਹੈ। ਮੁੰਡਿਆ ਮੁੰਡਿਆ ਹੋਏ ਏਕ। ਇਹ ਮੁੰਡਾ ਤੇ ਜਿਹੜੇ ਇਹਦੇ ਸਾਧੂ ਨੇ ਨਾ, ਇਹ ਦੋਵੇਂ ਇੱਕ ਹੋ ਗਏ ਨੇ। ਕਿਉਂ? ਕਿਉਂਕਿ ਇੱਕ ਪਰਮਾਤਮਾ ਦੇ ਨਾਲ ਉਹਨਾਂ ਦਾ ਮੇਲ ਹੋ ਗਿਆ ਹੈ। ਦੇਖੋ, ਜਿੱਥੇ ਵਿਚਾਰ ਰਲਦੀ ਹੈ ਨਾ ਜੀ, ਉੱਥੇ ਪਿਆਰ ਹੁੰਦਾ ਹੈ, ਤੇ ਜਿੱਥੇ ਵਿਚਾਰ ਨਾ ਮਿਲੇ ਉੱਥੇ ਤਕਰਾਰ ਹੁੰਦਾ ਹੈ। ਉੱਥੇ ਤੇ 2 ਮਿੰਟ ਲੱਗਦੇ ਨੇ, ਜਿੱਥੇ ਵਿਚਾਰ ਨਾ ਮਿਲਣ ਉੱਥੇ 5 ਮਿੰਟਾਂ 'ਚ ਹੀ ਲੜਾਈ ਹੋ ਜਾਂਦੀ ਹੈ। ਪਰ ਜਿੱਥੇ ਵਿਚਾਰ ਮਿਲ ਜਾਏ ਉੱਥੇ ਫਿਰ ਪਿਆਰ ਹੁੰਦਾ ਹੈ। ਇਹਨਾਂ ਨੇ ਕਹਿੰਦੇ ਨੇ ਇਸ ਮੁੰਡੇ ਦਾ ਤੇ ਜਿਹੜੇ ਸਾਧੂ ਨੇ ਨਾ, ਇਹ ਦੋਵੇਂ ਇੱਕ ਹੋਏ ਬੈਠੇ ਹਨ। ਇਹ ਮੁੰਡਿਆ ਬੂਡਤ ਕੀ ਟੇਕ। ਪਰ ਕੌਣ ਜਾਣੇ ਕਿ ਇਹ ਜਿਹੜੇ ਸਾਧੂ ਨੇ ਨਾ, ਇਹ ਬੂਡਤ ਕੀ ਟੇਕ, ਕਹਿੰਦੇ ਨੇ ਜਿਹੜਾ ਸੰਸਾਰ ਡੁੱਬ ਰਿਹਾ ਉਹਨਾਂ ਨੂੰ ਬਚਾਉਣ ਵਾਸਤੇ ਇਹ ਜਿਹੜੇ ਰੱਬ ਦੇ ਪਿਆਰੇ ਨੇ, ਇਹ ਹੀ ਉਹਨਾਂ ਦਾ ਆਸਰਾ ਹਨ। ਸੁਨ ਅੰਦਲੀ ਲੋਈ ਬੇ ਪੀਰ। ਇਹ ਦੁਨੀਆ ਦੇ ਲੋਕੋ, ਇਹ ਨਗੁਰੇ ਲੋਕੋ, ਇਹ ਅਕਲ ਤੋਂ ਸਖਣੇ ਲੋਕੋ, ਅਸਲ 'ਚ ਅੰਨੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਗਿਆਨ ਕੋਈ ਨਹੀਂ। ਅੱਖਾਂ ਤੇ ਭਾਵੇਂ ਹੋਣ, ਪਰ ਕਹਿੰਦੇ ਨੇ ਕਿ ਇਹ ਲੋਕੋ, ਇਹ ਨਗੁਰੇ ਲੋਕੋ, ਹੇ ਬੇਪੀਰ ਲੋਕੋ, ਮੇਰੀ ਗੱਲ ਨੂੰ ਧਿਆਨ ਨਾਲ ਸੁਣੋ। ਇਨ ਮੁੰਡਿਆਂ ਭਜ ਸਰਣ ਕਬੀਰ। ਕਹਿੰਦੇ ਨੇ ਇਹਨਾਂ ਨੇ ਇਨ ਮੁੰਡਿਆਂ ਭਜ ਸ਼ਰਨ ਕਬੀਰ। ਕਹਿੰਦੇ ਨੇ ਕਬੀਰ ਦਾ ਅਰਥ ਹੁੰਦਾ ਵੱਡਾ ਪਰਮਾਤਮਾ। ਕਹਿੰਦੇ ਨੇ ਇਹਨਾਂ ਸਾਧੂਆਂ ਨੇ ਉਸ ਪਰਮਾਤਮਾ ਦੀ ਸਿਮਰ ਸਿਮਰ ਕੇ ਉਹਦੀ ਸ਼ਰਨ ਪ੍ਰਾਪਤ ਕੀਤੀ ਹੈ। ਗੁਰੂ ਸਵਾਰਿਓ, ਸੰਸਾਰੀ ਬੰਦੇ ਨੂੰ ਨਹੀਂ ਪਤਾ ਹੁੰਦਾ, ਪਰ ਇੱਕ ਗੱਲ ਯਾਦ ਰੱਖਿਓ, ਜਿਹੜੇ ਉਸ ਪਰਮਾਤਮਾ ਦੇ ਨਾਲ ਜੁੜਦੇ ਨੇ, ਉਹਦਾ ਸਿਮਰਨ ਕਰਦੇ ਨੇ ਨਾ, ਉਹਨਾਂ ਦੇ ਸਾਰੇ ਕਾਰਜ ਪਰਮਾਤਮਾ ਆਪ ਹੀ ਸਵਾਰ ਦਿੰਦਾ ਹੈ। ਅਸਲ ਵਿੱਚ ਕੰਮ ਕਰਨ ਵਾਲਾ ਤੇ ਉਹ ਪਰਮਾਤਮਾ ਆਪ ਹੀ ਹੈ। ਸਾਨੂੰ ਤੇ ਕੋਨੇ ਮੋਹਰੇ ਬਣਾਇਆ, ਜਿਵੇਂ ਕੱਠ ਪੁਤਲੀਆਂ ਹੁੰਦੀਆਂ ਨੇ ਨਾ, ਨਚਾਉਣ ਵਾਲਾ ਪਿੱਛੇ ਬੈਠਾ ਹੁੰਦਾ। ਬਸ ਇਹੀ ਹਾਲ ਹੈ। ਪਰ ਜੇ ਉਸ ਦੇ ਹੋ ਜਾਈਏ ਤੇ ਉਹ ਸਾਰਿਆਂ ਦਾ ਹੋ ਜਾਂਦਾ ਹੈ। ਜਦੋਂ ਉਹ ਹੋ ਜਾਏ ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਂਦੀ ਏ। ਭੁੱਲਾਂ ਚੁੱਕਾਂ ਦੀ ਖਿਮਾ, ਕੋਟਾਨ ਕੋਟ ਧੰਨਵਾਦ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਆਪ ਗੁਰੂ ਸਵਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ। ਮਾਨਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਮੁੱਚੇ ਪ੍ਰਬੰਧ ਦਾ ਧੰਨਵਾਦ। ਆਓ ਇਸ ਮੁਬਾਰਕ ਸ਼ਬਦ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਮੁੰਡਿਆ ਮੁੰਡਿਆ ਹੋਏ ਏਕ। ਏ ਮੁੰਡਿਆ ਬੂਡਤ ਕੀ ਟੇਕ। ਸੋਨੇ ਅੰਦਲੀ ਲੋਈ ਬੇ ਪੀਰ।
ਇਨ ਮੁੰਡੀਆਂ ਭਜ ਸਰਣ ਕਬੀਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।